Hello everyone, good afternoon, welcome to ਸਾਵਲ ਕਲਾਸਿਸ। ਤਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸੀਟੈਟ ਦੇ ਪੇਪਰਸ ਦੀ ਸੀਰੀਜ਼ ਆਪਾਂ ਡਿਸਕਸ ਕਰ ਰਹੇ ਹਾਂ ਜੀ ਰੋਜ਼ਾਨਾ। ਤਾਂ ਜਿਵੇਂ ਕਿ ਇਸ ਤੋਂ ਪਹਿਲਾਂ ਦਸੰਬਰ 2019 ਦੇ ਫਸਟ ਪੇਪਰ ਦੇ ਲੈਂਗੁਏਜ ਫਸਟ ਤੇ ਸੈਕੰਡ ਅਤੇ ਉਸ ਤੋਂ ਬਾਅਦ ਦਸੰਬਰ 2019 ਦੇ ਸੈਕੰਡ ਪੇਪਰ ਦੇ ਫਸਟ ਲੈਂਗੁਏਜ ਤੇ ਸੈਕੰਡ ਲੈਂਗੁਏਜ ਆਪਾਂ 4 ਪੇਪਰ ਡਿਸਕਸ ਕਰ ਚੁੱਕੇ ਹਾਂ ਜੀ। ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਜੁਲਾਈ ਦੇ ਪੇਪਰ ਦੀ ਜੀ। ਇਸ ਤੋਂ ਪਹਿਲਾਂ ਜਿਵੇਂ ਕਿ ਦੱਸਿਆ ਮੈਂ ਦਸੰਬਰ ਦੇ ਕੀਤੇ ਆ ਜੀ, ਹੁਣ ਆਪਾਂ ਕਰਾਂਗੇ ਜੁਲਾਈ ਦੇ 2019 ਦੇ ਫਸਟ ਪੇਪਰ ਦੀ ਲੈਂਗੁਏਜ ਫਸਟ ਜੀ। ਚਲੋ ਜੀ ਆਓ ਫਿਰ ਆਪਾਂ ਡਿਸਕਸ ਕਰਾਂਗੇ। ਤਾਂ ਇੱਕ ਖਾਸ ਜਾਣਕਾਰੀ ਜੋ ਸੀਟੈਟ ਦੀ ਤਿਆਰੀ ਕਰ ਰਹੇ ਹਨ ਜੀ ਉਹਨਾਂ ਲਈ ਕਿ ਸਾਵਲ ਕਲਾਸ ਦੇ ਵਿੱਚ WhatsApp ਗਰੁੱਪ ਇੱਕ ਚੱਲ ਰਿਹਾ ਜੀ ਜੋ ਕਿ ਬਿਲਕੁਲ ਫ੍ਰੀ ਹੈ। ਤਾਂ ਇਸ WhatsApp ਗਰੁੱਪ ਦੇ ਨਾਲ ਜੁੜਨ ਲਈ WhatsApp ਮੈਸੇਜ ਦੇ ਵਿੱਚ ਤੁਸੀਂ ਆਪਣਾ ਨੇਮ ਸੀਟੈਟ ਟਾਈਪ ਕਰਕੇ ਤੇ ਸਟੇਟ ਦਾ ਨੇਮ ਲਿਖ ਕੇ ਇਹਨਾਂ ਮੋਬਾਈਲ ਨੰਬਰਸ ਦੇ ਉੱਪਰ ਤੁਸੀਂ ਸਿਰਫ ਮੈਸੇਜ ਕਰਨਾ ਹੈ ਜੀ। ਔਰ ਇਸ ਵੈਲਿਊਏਬਲ WhatsApp ਗਰੁੱਪ ਦੇ ਵਿੱਚ ਤੁਸੀਂ ਜੁੜ ਕੇ ਬਹੁਤ ਸਾਰੀ ਜਿਹੜੀ ਆ ਸੀਟੈਟ ਦੇ ਬਾਰੇ ਜਾਣਕਾਰੀ ਹਾਸਲ ਕਰੋਗੇ ਜੀ। ਔਰ ਇਸ ਦੇ ਨਾਲ ਹੀ ਟੈਲੀਗ੍ਰਾਮ ਗਰੁੱਪ ਵੀ ਹੈ ਜੀ। ਤਾਂ ਟੈਲੀਗ੍ਰਾਮ ਤੁਸੀਂ ਡਾਊਨਲੋਡ ਕਰਕੇ ਤਾਂ ਸਾਵਲ ਇਸ ਦੇ ਸਰਚ ਦੇ ਵਿੱਚ ਸਾਵਲ ਸੀਟੈਟ ਟਾਈਪ ਕਰੋਗੇ ਤਾਂ ਇਸ ਗਰੁੱਪ ਦੇ ਨਾਲ ਤੁਸੀਂ ਜੁੜ ਕੇ ਸੀਟੈਟ ਸੰਬੰਧੀ ਹਰੇਕ ਪੇਪਰ ਦੀ ਜਿਹੜੀ PDF ਵਗੈਰਾ ਤੇ ਹੋਰ ਬਹੁਤ ਸਾਰੀ ਮਹੱਤਵਪੂਰਨ ਜਿਹੜੀ ਜਾਣਕਾਰੀ ਜਾਂ ਨੋਟਸ ਜਿਹੜੇ ਹੈ ਜੀ ਉਹ ਤੁਸੀਂ ਇਸ ਗਰੁੱਪ ਦੇ ਵਿੱਚ ਜਿਵੇਂ ਤੁਸੀਂ ਲੈ ਪਾਓਗੇ ਜੀ। ਔਰ ਇਸ ਦਾ ਬਹੁਤ ਸਾਰਾ ਜਿਹੜਾ ਫਾਇਦਾ ਤੁਹਾਨੂੰ ਹੋ ਸਕੇਗਾ ਜੀ। ਤਾਂ ਆਓ ਜੀ ਫਿਰ ਆਪਾਂ ਪੇਪਰ ਸ਼ੁਰੂ ਕਰਦੇ ਹਾਂ ਜੀ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸੀਟੈਟ ਦਾ ਪੰਜਾਬੀ ਦਾ ਪੇਪਰ ਇੱਕ ਪੈਰਾ ਰਚਨਾ ਦੇ ਨਾਲ ਸ਼ੁਰੂ ਹੁੰਦਾ ਹੈ, ਇਹ ਬਿਲਕੁਲ ਓਰੀਜਨਲ ਪੇਪਰ ਹੈ। ਆਓ ਆਪਾਂ ਪੈਰਾ ਰਚਨਾ ਪੜ੍ਹਦੇ ਹਾਂ ਤੇ ਇਸ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਅੱਜ ਕੱਲ੍ਹ ਦੀ ਜ਼ਿੰਦਗੀ ਇੱਕ ਹੁੱਲੜ ਹੈ, ਇਸ ਵਿੱਚ ਵਿਹਲ ਕਿੱਥੇ ਤੇ ਵਿਹਲੀਆਂ ਗੱਲਾਂ ਦਾ ਮੌਕਾ ਕਿੱਥੇ। ਫਿਰ ਸਿਆਣੇ ਧਾਰਮਿਕ ਲਿਖਾਰੀ ਸਮਾਜਿਕ ਆਗੂ ਇਸ ਗੱਲ ਦੇ ਵਿਰੁੱਧ ਹਨ ਕਿ ਕੋਈ ਸਮਾਂ ਗੱਪਾਂ ਵਿੱਚ ਬਿਤਾਇਆ ਜਾਏ। ਕਹਿੰਦੇ ਨੇ ਜਿੱਥੇ ਅਸਾਂ ਆਪਣੇ ਹਰ ਕਰਮ ਦਾ ਜਵਾਬ ਦੇਣਾ ਹੈ ਉੱਥੇ ਹਰ ਕਥਨ ਦਾ ਵੀ ਗਿਣ ਕੇ ਲੇਖਾ ਦੇਣਾ ਪਵੇਗਾ। ਇਸ ਲਈ ਹਰ ਇੱਕ ਆਦਮੀ ਨੂੰ ਜੀਭ ਨੂੰ ਲਗਾਮ ਪਾ ਕੇ ਰੱਖਣਾ ਚਾਹੀਦਾ ਹੈ। ਸਿਰਫ ਲੋੜ ਪਏ ਤੇ ਮੂੰਹ ਖੋਲ੍ਹਣਾ ਚਾਹੀਦਾ ਹੈ। ਜਦ ਮਤਲਬ ਦੀ ਪੂਰੀ ਗੱਲ ਹੋ ਜਾਏ ਤਾਂ ਝੱਟ ਚੰਦਾ ਲਾ ਕੇ ਚੁੱਪ ਵੱਟ ਲੈਣੀ ਚਾਹੀਦੀ ਹੈ। ਚੁੱਪ ਜਿਹੀ ਕੋਈ ਚੀਜ਼ ਨਹੀਂ, ਚੁੱਪ ਸੁਨਹਿਰੀ ਤੇ ਬੋਲ ਰੁਪੈਰੀ। ਕਈਆਂ ਨੇ ਤਾਂ ਚੁੱਪ ਦੇ ਮਜ਼ਮੂਨ ਉੱਤੇ ਕਿਤਾਬਾਂ ਲਿਖ ਮਾਰੀਆਂ ਹਨ। ਇਹ ਤਾਂ ਇਉਂ ਹੋਇਆ ਜਿਵੇਂ ਕੋਈ ਆਰਾਮ ਢੂੰਡਣ ਲਈ 100 ਕੋ ਪੈਂਡਾ ਮਾਰੇ ਜਾਂ ਵਰਤਾਂ ਦੀ ਤਿਆਰੀ ਲਈ ਰੋਟੀਆਂ ਦਾ ਕੋਠਾ ਭਰ ਲਵੇ। ਚੁੱਪ ਦੇ ਇੰਨੇ ਗੁਣ ਗਾਏ ਹਨ ਕਿ ਹੁਣ ਹਰ ਇੱਕ ਸਿਆਣੇ ਆਦਮੀ ਨੂੰ ਚੁੱਪ ਦਾ ਅਭਿਆਸ ਕਰਨਾ ਪੈਂਦਾ ਹੈ। ਹਫ਼ਤੇ ਭਰ ਦੇ ਲੈਕਚਰਾਂ ਅਤੇ ਇੰਟਰਵਿਊਆਂ ਮਗਰਾਂ ਮਹਾਤਮਾ ਗਾਂਧੀ ਜੀ ਨੂੰ ਪ੍ਰਾਸ਼ਚਿਤ ਵਜੋਂ ਇੱਕ ਦਿਨ ਮੌਨ ਵਰਤ ਰੱਖਣਾ ਪੈਂਦਾ ਸੀ। ਜਿੰਨਾ ਕੋਈ ਆਦਮੀ ਧਰਮਾਤਮਾ ਜਾਂ ਉੱਚੀ ਸ਼ਾਨ ਵਾਲਾ ਹੁੰਦਾ ਹੈ ਓਨਾ ਹੀ ਚੁੱਪ ਤੇ ਖੁੱਲੀਆਂ ਗੱਲਾਂ ਕਰਨ ਤੋਂ ਸੰਗਣ ਵਾਲਾ ਹੁੰਦਾ ਹੈ। ਉਸ ਨੂੰ ਹਰ ਵਕਤ ਖਤਰਾ ਰਹਿੰਦਾ ਹੈ ਕਿ ਮੇਰੀ ਗੱਲ ਤੋਂ ਕੋਈ ਗਲਤ ਫਾਇਦਾ ਉਠਾ ਨਾ ਲਵੇ। ਠੀਕ ਹੈ, ਇੱਥੇ ਚੁੱਪ ਰਹਿਣ ਦੇ ਬਾਰੇ ਜਿਹੜੀ ਹੈ ਜੀ ਉਸਦੇ ਕਾਫੀ ਵੱਡੇ ਵੱਡੇ ਫਾਇਦੇ ਜਿਹੜੇ ਆ ਜੀ ਦੱਸੇ ਹੈ। ਤਾਂ ਇਹਨਾਂ ਪੈਰਾ ਰਚਨਾ ਦੇ ਅਨੁਸਾਰ ਆਪਾਂ ਪ੍ਰਸ਼ਨਾਂ ਦੇ ਉੱਤਰ ਜਿਹੜੀ ਆ ਡਿਸਕਸ ਕਰਾਂਗੇ ਜੀ। ਜਿਵੇਂ ਕਿ ਇਹ ਹੈ ਜੀ 91 ਨੰਬਰ ਕੁਐਸਚਨ। ਠੀਕ ਹੈ, ਇਸ ਪੇਪਰ ਦਾ ਜਿਹੜਾ ਪਹਿਲਾ ਕੁਐਸਚਨ ਹੈ ਜੀ, ਪਰੰਤੂ ਓਰੀਜਨਲ ਜਿਹੜੀ ਸੀਰੀਜ਼ ਦੇ ਵਿੱਚ 91 ਨੰਬਰ ਹੈ। ਸਿਆਣੇ ਲੋਕ ਕਿਹੜੀ ਗੱਲ ਦਾ ਵਿਰੋਧ ਕਰਦੇ ਹਨ? ਭ੍ਰਿਸ਼ਟਾਚਾਰ ਦਾ, ਗੱਪਾਂ ਮਾਰ ਕੇ ਸਮਾਂ ਬਿਤਾਉਣ ਦਾ, ਸ਼ੁਭ ਕਰਮ ਕਰਨ ਦਾ, ਮੇਲ ਮਿਲਾਪ ਦਾ ਜੀ। ਤਾਂ ਸਿਆਣੇ ਲੋਕਾਂ ਦੀ ਗੱਲ ਇਹਦੇ ਵਿੱਚ ਕੀਤੀ ਗਈ ਸੀ ਜੀ। ਤਾਂ ਬਿਲਕੁਲ ਆਪਾਂ ਨੂੰ ਯਾਦ ਵੀ ਹੈ, ਆਪਾਂ ਪੜ੍ਹ ਕੇ ਸਮਝਿਆ ਵੀ ਸੀ। ਗੱਪਾਂ ਮਾਰ ਕੇ ਸਮਾਂ ਬਿਤਾਉਣ ਦਾ ਇਹਦੇ ਵਿੱਚ ਜਿਹੜਾ ਹੈ ਵਿਰੋਧ ਕਰਦੇ ਹਨ ਜੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 92, ਕਿਹੋ ਜਿਹੀ ਗੱਲ ਕਰਨੀ ਚਾਹੀਦੀ ਹੈ? ਗੈਰ ਵਾਜਬ, ਵਿਸਥਾਰ ਸਾਹਿਤ, ਕੇਵਲ ਮਤਲਬ ਦੀ ਜਾਂ ਬੇਲੋੜੀ ਦੀ। ਤਾਂ ਬਿਲਕੁਲ ਇਹਦੇ ਵਿੱਚ ਚੁੱਪ ਰਹਿਣ ਦੀ ਗੱਲ ਕੀਤੀ ਸੀ ਜਾਂ ਇਹਦੇ ਵਿੱਚ ਇੱਥੇ ਮਤਲਬ ਦੀ ਗੱਲ ਵੀ ਪੂਰੀ ਕੀਤੀ ਗਈ ਸੀ ਜੀ। ਠੀਕ ਹੈ, ਇਸ ਦੇ ਵਿੱਚ ਆਨਸਰ ਫਿਰ ਆਏਗਾ ਆਪਣਾ ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਕੇਵਲ ਮਤਲਬ ਦੀ ਹੀ ਗੱਲ ਕਰਕੇ ਚੁੱਪ ਹੋ ਜਾਣਾ ਚਾਹੀਦਾ ਜੀ। ਇਹ ਗੱਲ ਆਪਾਂ ਪੜ੍ਹੀ ਸੀ, ਸਮਝੀ ਸੀ।
ਹਾਂਜੀ, ਅੱਗੇ ਹੈ ਜੀ ਪ੍ਰਸ਼ਨ ਨੰਬਰ 93। ਧਰਮਾਤਮਾ ਜਾਂ ਉੱਚੀ ਸ਼ਾਨ ਵਾਲਾ ਵਿਅਕਤੀ ਕਿਸ ਤੋਂ ਸੰਕੋਚ ਕਰਦਾ ਹੈ? ਮੌਨ ਵਰਤ ਤੋਂ, ਖੁੱਲੀਆਂ ਗੱਲਾਂ ਕਰਨ ਤੋਂ, ਚੁੱਪ ਰਹਿਣ ਤੋਂ, ਸੱਚ ਬੋਲਣ ਤੋਂ ਜੀ। ਆਪਾਂ ਬਿਲਕੁਲ ਇੱਥੇ ਪੜ੍ਹਿਆ ਸੀਗਾ ਜੀ। ਤਾਂ ਇਸ ਦਾ ਆਂਸਰ ਆਏਗਾ ਜੀ ਦੂਸਰਾ ਆਪਸ਼ਨ ਜੀ, ਖੁੱਲੀਆਂ ਗੱਲਾਂ ਕਰਨ ਤੋਂ। ਤੇ ਇੱਕ ਹੋਰ ਇਹਦੇ ਨਾਲ ਗੱਲ ਜੁੜੀ ਸੀ, ਜ਼ਿਆਦਾ ਬੋਲਣ ਤੋਂ ਅਤੇ ਖੁੱਲੀਆਂ ਗੱਲਾਂ ਕਰਨ ਤੋਂ ਉਹ ਸੰਕੋਚ ਕਰਦਾ ਹੈ ਜੀ। ਠੀਕ ਹੈ, ਤਾਂ ਇਸ ਦਾ ਆਂਸਰ ਆਏਗਾ ਜੀ ਆਪਸ਼ਨ ਨੰਬਰ ਦੂਸਰਾ, ਬਿਲਕੁਲ ਸਹੀ ਆਂਸਰ ਹੈ। ਹਾਂਜੀ, ਅੱਗੇ ਹੈ ਜੀ ਪ੍ਰਸ਼ਨ ਨੰਬਰ 94। ਮਹਾਤਮਾ ਗਾਂਧੀ ਮੌਨ ਵਰਤ ਕਿਉਂ ਰੱਖਦੇ ਸਨ? ਖੁੱਲੀਆਂ ਗੱਲਾਂ ਕਰਨ ਲਈ, ਭਾਸ਼ਣ ਦੇਣ ਲਈ, ਲੋਕਾਂ ਨਾਲ ਗੱਲਬਾਤ ਕਰਨ ਲਈ ਜਾਂ ਪ੍ਰਾਸ਼ਚਿਤ ਕਰਨ ਲਈ ਜੀ। ਬਹੁਤ ਹੀ ਆਸਾਨ ਜਿਹੇ ਕੁਐਸਚਨ ਹੈ। ਇਸ ਪੈਰਾ ਰਚਨਾ ਦੇ ਵਿੱਚੋਂ ਆਪਾਂ ਇੱਕ ਵਾਰੀ ਪੜ੍ਹ ਕੇ ਹੀ ਇਸ ਦੀਆਂ ਜਿਵੇਂ ਕਿ ਸਮਝ ਆਪਾਂ ਨੂੰ ਆ ਗਈ ਸੀ, ਉਸਦੇ ਉੱਤਰ ਦੇਣਾ ਕੋਈ ਜ਼ਿਆਦਾ ਮੁਸ਼ਕਲ ਮੇਰੇ ਖਿਆਲ 'ਚ ਨਹੀਂ ਲੱਗ ਰਿਹਾ ਜੀ। ਤਾਂ ਇਸ ਦਾ ਆਂਸਰ ਆਏਗਾ ਜੀ ਫੋਰਥ ਆਪਸ਼ਨ ਜੀ, ਪ੍ਰਾਸ਼ਚਿਤ ਕਰਨ ਲਈ। ਤਾਂ ਜਿਵੇਂ ਕਿ ਆਪਾਂ ਇੱਥੇ ਪੜ੍ਹੇ ਸੀ ਕਿ ਜਦੋਂ ਉਹ ਵੀ ਮੀਟਿੰਗਾਂ ਦੇ ਵਿੱਚ ਜਾਂ ਕੁਛ ਮੇਲਾਂ ਦੇ ਵਿੱਚ ਜਦੋਂ ਹਫ਼ਤੇ ਤੋਂ ਬਾਅਦ ਕੀ ਹੈ ਜੀ, ਉਹ ਇੱਕ ਵਰਤ ਰੱਖਦੇ ਸੀ ਪ੍ਰਾਸ਼ਚਿਤ ਕਰਨ ਦਾ ਜੀ। ਠੀਕ ਹੈ, ਇਹ ਗੱਲ ਦਾ ਬਿਲਕੁਲ ਸਾਫ਼ ਸੁਥਰੇ ਸ਼ਬਦਾਂ ਦੇ ਵਿੱਚ ਜ਼ਿਕਰ ਆਇਆ ਸੀ। ਪ੍ਰਸ਼ਨ ਨੰਬਰ 95 ਦੇਖਦੇ ਹਾਂ। ਚੁੱਪ ਸੁਨਹਿਰੀ ਤੇ ਬੋਲ ਰੁਪਹਿਰੀ ਅਖਾਣ ਵਿੱਚ ਕਿਸ ਗੱਲ ਦੀ ਪ੍ਰਸ਼ੰਸਾ ਕੀਤੀ ਗਈ ਹੈ? ਚੁੱਪ ਦੀ, ਸੋਨੇ ਦੀ, ਹੁਸਨ ਦੀ ਜਾਂ ਬੋਲ ਦੀ? ਤਾਂ ਬਿਲਕੁਲ ਜੀ ਇਸ ਦਾ ਆਂਸਰ ਆਏਗਾ ਪਹਿਲਾ ਆਪਸ਼ਨ, ਚੁੱਪ ਰਹਿਣ ਦੀ ਜਿਹੜੀ ਆ ਪ੍ਰਸ਼ੰਸਾ ਕੀਤੀ ਗਈ ਹੈ। ਚੁੱਪ ਸੁਨਹਿਰੀ ਤੇ ਬੋਲ ਰੁਪਹਿਰੇ ਜੀ। ਪ੍ਰਸ਼ਨ ਨੰਬਰ 96 ਚਲਦੇ ਹਾਂ ਜੀ, ਦੇਖਦੇ ਹਾਂ ਆਪਾਂ ਅੱਗੇ। ਆਪਣੇ ਕਰਮਾਂ ਦੇ ਨਾਲ ਕਥਨਾਂ ਦਾ ਵੀ ਲੇਖਾ ਦੇਣ ਦੀ ਗੱਲ ਕਿਸ ਨੇ ਕਹੀ ਹੈ? ਮਹਾਤਮਾ ਗਾਂਧੀ ਨੇ, ਗੁਰੂ ਸਾਹਿਬਾਨ ਨੇ, ਸਿਆਣੇ ਲੋਕਾਂ ਨੇ ਜਾਂ ਡਾਕਟਰ ਨੇ? ਤਾਂ ਆਪਣੇ ਕਰਮਾਂ ਦੇ ਨਾਲ ਕਥਨਾਂ ਦੀ ਲੇਖਾਂ ਦੀ ਗੱਲ ਕਿਸ ਨੇ ਕਹੀ ਸੀ ਜੀ? ਤੀਸਰਾ ਆਪਸ਼ਨ ਜੀ, ਸਿਆਣੇ ਲੋਕਾਂ ਨੇ ਕਹੀ ਹੈ ਜੀ। ਪ੍ਰਸ਼ਨ ਨੰਬਰ ਆਪਾਂ ਦੇਖਦੇ ਹਾਂ 97। ਬਹੁਤਾ ਬੋਲਣ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ? ਜੀਭ ਤੇ ਲਗਾਮ ਰੱਖਣੀ ਚਾਹੀਦੀ ਹੈ, ਸੰਕੇਤ ਨਾਲ ਗੱਲ ਕਰਨੀ ਚਾਹੀਦੀ ਹੈ, ਮੂੰਹ ਤੇ ਉਂਗਲ ਰੱਖਣੀ ਚਾਹੀਦੀ ਹੈ, ਭਾਸ਼ਣ ਦੇਣਾ ਚਾਹੀਦਾ ਹੈ ਜੀ। ਤਾਂ ਇਸ ਦਾ ਆਂਸਰ ਆਏਗਾ ਜੀ ਬਿਲਕੁਲ ਪਹਿਲਾ ਜੀ, ਜੀਭ ਤੇ ਲਗਾਮ ਰੱਖਣੀ ਚਾਹੀਦੀ ਹੈ। ਇਹ ਪਹਿਰਾ ਰਚਨਾ ਦੇ ਵਿੱਚ ਆਪਾਂ ਪੜ੍ਹਿਆ ਜੀ। ਤਾਂ ਜੋ ਵੀ ਕੁਛ ਇਹਨਾਂ ਪ੍ਰਸ਼ਨਾਂ ਦੇ ਉੱਤਰ ਹੁੰਦੇ ਆ ਜੀ, ਉਹ ਪਹਿਰਾ ਰਚਨਾ ਦੇ ਅਨੁਸਾਰ ਹੀ ਦੇਣੇ ਹੁੰਦੇ ਆ। ਇਹ ਆਪ ਸਭ ਨੂੰ ਪਤਾ ਹੀ ਹੋਏਗਾ ਕਿ ਪੜ੍ਹਨ ਵਾਲੇ ਨੇ ਇਸ ਪਹਿਰਾ ਰਚਨਾ ਦੇ ਭਾਵਾਂ ਨੂੰ, ਵਿਚਾਰਾਂ ਨੂੰ, ਕਲਪਨਾ ਨੂੰ ਕਿਸ ਹੱਦ ਤੱਕ ਗਹਿਰਾਈ ਨਾਲ, ਇਕਾਗਰਤਾ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਹੀ ਇਸ ਪਹਿਰਾ ਰਚਨਾ ਦਾ ਜਿਹੜਾ ਉਦੇਸ਼ ਹੁੰਦਾ ਪੇਪਰ ਦੇ ਵਿੱਚ ਆਉਣ ਦਾ। ਪ੍ਰਸ਼ਨ ਨੰਬਰ 98 ਦੇਖਦੇ ਹਾਂ। ਅਜੋਕੀ ਜ਼ਿੰਦਗੀ ਕੀ ਹੈ? ਸ਼ਾਂਤਮਈ, ਆਰਾਮ ਪ੍ਰਸਤ, ਹੁੱਲੜ ਤੇ ਕਰੁਣਾਮਈ ਜੀ। ਬਿਲਕੁਲ ਜੀ, ਇਹ ਪਹਿਲੀ ਲਾਈਨ ਦੇ ਵਿੱਚ ਹੀ ਗੱਲ ਕਹੀ ਗਈ ਸੀ। ਤਾਂ ਜ਼ਿੰਦਗੀ ਕੀ ਹੈ ਜੀ? ਇੱਕ ਹੁੱਲੜ ਹੈ। ਠੀਕ ਹੈ, ਪਹਿਲੀ ਲਾਈਨ ਦੇ ਵਿੱਚ ਇਹ ਗੱਲ ਕਹੀ ਗਈ ਸੀ, ਆਪ ਨੂੰ ਯਾਦ ਹੀ ਹੋਏਗਾ। ਪ੍ਰਸ਼ਨ ਨੰਬਰ 99 ਦੇਖੋ। ਪਹਿਰੇ ਅਨੁਸਾਰ ਜ਼ਿੰਦਗੀ ਵਿੱਚ ਵਿਹਲੀਆਂ ਗੱਲਾਂ ਕਰਨ ਦਾ ਮੌਕਾ ਕਦੋਂ ਮਿਲਦਾ ਹੈ? ਕਦੇ ਨਹੀਂ, ਦਿਨ ਵੇਲੇ, ਸ਼ਾਮ ਵੇਲੇ, ਹਮੇਸ਼ਾ ਜੀ। ਇਹ ਵੀ ਘੱਟੋ ਘੱਟ ਦੂਸਰੀ ਜਾਂ ਤੀਸਰੀ ਲਾਈਨ ਦੇ ਵਿੱਚ ਹੀ ਗੱਲ ਕੀਤੀ ਸੀ। ਤਾਂ ਇਸ ਦਾ ਆਂਸਰ ਆਏਗਾ ਜੀ ਫਸਟ ਆਪਸ਼ਨ, ਕਦੇ ਵੀ ਨਹੀਂ। ਤਾਂ ਇਹ ਸੀ ਪਹਿਰਾ ਰਚਨਾ ਦੇ ਕੁਝ ਪ੍ਰਸ਼ਨ, ਜਿਨ੍ਹਾਂ ਨੂੰ ਆਪਾਂ ਪੜ੍ਹ ਕੇ, ਸਮਝ ਕੇ ਉਹਨਾਂ ਦੇ ਸਹੀ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਪੇਪਰ ਦੇ ਵਿੱਚ ਵੀ ਬਿਲਕੁਲ ਐਸੇ ਤਰੀਕੇ ਨਾਲ ਤੁਸੀਂ ਕਰੋਗੇ ਜੀ ਕਿ ਪਹਿਰਾ ਰਚਨਾ ਦੇ ਵਿੱਚ ਵਿਚਾਰਾਂ ਨੂੰ, ਕੇਂਦਰੀ ਭਾਵ ਨੂੰ, ਉਸਦੇ ਕਲਪਨਾ ਨੂੰ, ਠੀਕ ਹੈ, ਜਾਂ ਭਾਵਨਾਵਾਂ ਨੂੰ ਪੜ੍ਹ ਕੇ ਉਸਦੇ ਸਹੀ ਤਰੀਕੇ ਨਾਲ ਉੱਤਰ ਦੇਣ ਦੀ ਕੋਸ਼ਿਸ਼ ਕਰੋਗੇ। ਅੱਗੇ ਹੈ ਜੀ ਇੱਕ ਕਵਿਤਾ ਆਈ ਹੈ ਜੀ ਪੇਪਰ ਦੇ ਵਿੱਚ। ਇਸ ਨੂੰ ਪੜ੍ਹ ਕੇ ਵੀ, ਇਸ ਦੇ ਵਿੱਚ ਵੀ ਜਿਹੜੇ ਕਲਪਨਾ, ਕੇਂਦਰੀ ਭਾਵ, ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਆਪਾਂ ਉਸਦੇ ਪ੍ਰਸ਼ਨਾਂ ਦੇ ਉੱਤਰ ਡਿਸਕਸ ਕਰਾਂਗੇ ਜੀ। ਹਾਂਜੀ, ਕਵਿਤਾ ਹੈ ਜੀ। ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ, ਕੁਝ ਰੁੱਖ ਨੂੰਹਾਂ ਧੀਆਂ ਲੱਗਦੇ, ਤੇ ਕੁਝ ਰੁੱਖ ਵਾਂਗ ਭਰਾਵਾਂ, ਕੁਝ ਰੁੱਖ ਮੇਰੇ ਬਾਬੇ ਵਾਂਕਣ ਪੱਤਰ ਟਾਵਾਂ ਟਾਵਾਂ, ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ, ਕੁਝ ਰੁੱਖ ਯਾਰਾਂ ਵਰਗੇ ਲੱਗਦੇ, ਜੰਮਾਂ ਚੁੰਮਾਂ ਤੇ ਗਲ ਲਾਵਾਂ, ਇੱਕ ਮੇਰੀ ਮਹਿਬੂਬ ਵਾਕਣ ਮਿੱਠਾ ਤੇ ਦੁਖਾਵਾਂ, ਕੁਝ ਰੁੱਖ ਮੇਰਾ ਦਿਲ ਕਰਦਾ ਏ ਮੋਢੇ ਚੁੱਕ ਖਿਡਾਵਾਂ। ਤਾਂ ਇਹਦੇ ਵਿੱਚ ਰੁੱਖਾਂ ਦੇ ਬਾਰੇ
ਕਵੀ ਦੀ ਜਿਹੜੀ ਹੈ ਪਿਆਰ, ਤਾਂਗ, ਭਾਵਨਾ, ਕਲਪਨਾ ਜਿਹੜੀ ਹੈ ਪੇਸ਼ ਕੀਤੀ ਗਈ ਹੈ ਕਿ ਉਸ ਦਾ ਰੁੱਖਾਂ ਦਾ ਨਾਲ ਇੰਨਾ ਲਗਾਵ ਹੈ ਕਿ ਉਸ ਦੇ ਵਿੱਚ ਹਰ ਇੱਕ ਰਿਸ਼ਤੇ ਦਾ ਪਿਆਰ, ਨਿੱਘ, ਠੀਕ ਹੈ, ਜਾਂ ਆਸ਼ੀਰਵਾਦ ਉਸ ਦੇ ਵਿੱਚ ਜਿਹੜਾ ਹੈ ਉਸ ਨੂੰ ਮਹਿਸੂਸ ਹੋ ਰਿਹਾ ਜੀ ਕਿ ਰੁੱਖਾਂ ਦੇ ਨਾਲ ਉਸ ਦਾ ਤਰ੍ਹਾਂ ਤਰ੍ਹਾਂ ਦਾ ਜਿਹੜਾ ਹੈ ਰਿਸ਼ਤਾ ਉਸ ਦੇ ਵਿੱਚ ਗੱਲ ਕੀਤੀ ਗਈ ਹੈ। ਤਾਂ ਆਓ ਫਿਰ ਆਪਾਂ ਇਸ ਕਵਿਤਾ ਦੇ ਪ੍ਰਸ਼ਨਾਂ ਨੂੰ ਪੜ੍ਹ ਕੇ ਉਸਦੇ ਉੱਤਰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਕਿ ਪਹਿਲਾ ਪ੍ਰਸ਼ਨ ਹੈ, ਇਸ ਕਵਿਤਾ ਵਿੱਚ ਕਿਹੜੀ ਵਿਧੀ ਵਰਤੀ ਗਈ ਹੈ ਜੀ? ਦੁਹਰਾ ਦੀ, ਇਕਹੇਰੀ ਦੀ, ਵੀਰ ਕਾਵਿ ਦੀ ਜਾਂ ਕਿਸੇ ਕਾਵਿ ਦੀ ਜੀ? ਤਾਂ ਇੱਥੇ ਹੁਣ ਦੇਖੋ ਜੀ ਵਾਰੀ-ਵਾਰ ਜਿਹੜਾ ਸ਼ਬਦ ਆਇਆ ਜੀ, ਰੁੱਖਾਂ ਦੀ ਰਿਸ਼ਤੇਦਾਰੀ ਗੱਲ ਕੀਤੀ ਹੈ, ਤਾਂ ਇਸ ਦੇ ਵਿੱਚ ਦੁਹਰਾਓ ਦੀ ਜਿਹੜੀ ਹੈ ਵਿਧੀ ਵਰਤੀ ਗਈ ਹੈ। ਠੀਕ ਹੈ, ਦੁਹਰਾਓ ਵਿਧੀ ਕੀ ਹੁੰਦੀ ਹੈ ਕਿ ਵਾਰ-ਵਾਰ ਕਿਸੇ ਗੱਲ ਦੇ ਉੱਪਰ ਇਹਦੇ ਵਿੱਚ ਜਿਹੜੀ ਹੈ ਦੁਹਰਾਓ ਕੀਤਾ ਗਿਆ ਜੀ। ਕੁਝ ਰੁੱਖ ਮੈਨੂੰ ਇਸ ਵਰਗੇ ਲੱਗਦੇ ਆ, ਕੁਝ ਰੁੱਖ ਮੈਨੂੰ ਇਸ ਵਰਗੇ ਲੱਗਦੇ ਆ, ਕੁਝ ਰੁੱਖ ਮੈਨੂੰ ਦਾਦੀ ਵਰਗੇ ਲੱਗਦੇ ਆ। ਤਾਂ ਵਾਰ-ਵਾਰ ਰੁੱਖਾਂ ਦੀ ਗੱਲ ਕੀਤੀ ਗਈ ਹੈ ਦੂਸਰੇ ਰਿਸ਼ਤਿਆਂ ਦੇ ਨਾਲ, ਤਾਂ ਦੁਹਰਾ ਵਿਧੀ ਇਸ ਦੇ ਵਿੱਚ ਪੇਸ਼ ਕੀਤੀ ਗਈ ਹੈ ਜੀ। ਠੀਕ ਹੈ, ਵੀਰਸ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਵੀਰਤਾ ਦੀ ਗੱਲ ਕੀਤੀ ਗਈ ਹੋਵੇ। ਇਕਹੇਰੀ ਆਪਾਂ ਨੂੰ ਪਤਾ ਹੀ ਹੈ ਕਿ ਇੱਕ ਵਾਰੀ ਗੱਲ ਕੀਤੀ ਹੋਵੇ ਦੁਬਾਰਾ ਉਸਦਾ ਦੁਹਰਾਓ ਨਾ ਹੋਵੇ। ਕਿਸੇ ਵਾਲੀ ਜਿਵੇਂ ਕਿ ਇਹਦੇ ਵਿੱਚ ਕੋਈ ਇਤਿਹਾਸਕ ਜਿਹੜੀ ਗੱਲ ਕੀਤੀ ਹੋਵੇ ਉਸਨੂੰ ਆਪਾਂ ਕਿਸੇ ਵਾਲੀ ਕਵਿਤਾ ਵਿਧੀ ਕਹਿ ਦਿੰਦੇ ਹਾਂ ਜੀ। ਹਾਂਜੀ, ਪ੍ਰਸ਼ਨ ਹੈ ਜੀ ਅੱਗੇ 101 ਨੰਬਰ, ਉਪਰੋਕਤ ਕਾਵਿ ਸਤਰਾਂ ਸ਼ਿਵ ਕੁਮਾਰ ਬਟਾਲਵੀ, ਹਾਂਜੀ ਇਹ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਹੈ ਜੀ, ਦੀ ਕਿਹੜੀ ਕਵਿਤਾ ਵਿੱਚੋਂ ਲਈਆਂ ਗਈਆਂ ਹਨ? ਲੂਣਾ, ਆਟੇ ਦੀਆਂ ਚਿੜੀਆਂ, ਰੁੱਖ, ਕੰਡਿਆਲੀ ਥੋਰ ਜੀ? ਤਾਂ ਬਿਲਕੁਲ ਇਸ ਦਾ ਸਹੀ ਆਂਸਰ ਹੈ ਜੀ ਤੀਸਰਾ ਆਪਸ਼ਨ, ਰੁੱਖ ਜੀ। ਤਾਂ ਸ਼ਿਵ ਕੁਮਾਰ ਬਟਾਲਵੀ ਨੇ ਵੀ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ। ਪੰਜਾਬੀ ਸਾਹਿਤ ਦੇ ਵਿੱਚ ਉਹਨਾਂ ਦਾ ਵਿਸ਼ੇਸ਼ ਸਥਾਨ ਹੈ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਜੀ। ਇਹ ਸਾਰੀਆਂ ਉਹਨਾਂ ਦੀਆਂ ਰਚਨਾਵਾਂ ਦੇ ਨਾਮ ਹੈ। ਤਾਂ ਕਵਿਤਾ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਸੀ ਉਹ ਫਿਰ ਉਸ ਦੀ ਕਵਿਤਾ ਕਿਹੜੀ ਹੈ ਜੀ? ਰੁੱਖ। ਅੱਗੇ ਹੈ ਜੀ ਪ੍ਰਸ਼ਨ ਨੰਬਰ 102, ਟਾਵਾਂ ਟਾਵਾਂ ਦਾ ਸਮਾਨਾਰਥੀ ਸ਼ਬਦ ਦੱਸੋ ਜੀ। ਟਾਵਾਂ ਟਾਵਾਂ ਹੁੰਦਾ ਜੀ ਬਹੁਤ ਘੱਟ। ਹਾਂਜੀ, ਦੇਖਦੇ ਹਾਂ ਆਪਾਂ, ਬਹੁਤ ਜ਼ਿਆਦਾ, ਕਈ ਸਾਰੇ, ਬਹੁਤਾਤ ਜਾਂ ਕੋਈ ਕੋਈ। ਤਾਂ ਇਸ ਦਾ ਆਂਸਰ ਆਏਗਾ ਜੀ ਫੋਰਥ ਆਪਸ਼ਨ, ਕੋਈ ਕੋਈ। ਟਾਵਾਂ ਟਾਵਾਂ ਦਾ ਹੁੰਦਾ ਹੈ ਅਰਥ ਕੋਈ ਕੋਈ ਜੀ। ਅੱਗੇ ਇੱਕ ਖਾਸ ਜਾਣਕਾਰੀ ਹੈ ਜੀ, ਜਿਹੜੇ ਸਾਥੀ ਸੀਟੈਟ ਦੀ ਤਿਆਰੀ ਕਰਨਾ ਚਾਹੁੰਦੇ ਆ ਜੀ, ਤਾਂ ਬਿਲਕੁਲ ਐਸੇ ਹੀ ਤਰੀਕੇ ਨਾਲ ਜਿਵੇਂ ਕਿ ਤੁਸੀਂ ਹੁਣ ਲੈਕਚਰ ਦੇਖ ਰਹੇ ਹੋ, ਲੋਕਡਾਊਨ ਦੇ ਵਿੱਚ ਆਪਣੀ ਸਮਾਂ ਅਤੇ ਸ਼ਕਤੀ ਨੂੰ ਬਿਲਕੁਲ ਸਹੀ ਦਿਸ਼ਾ ਦੇ ਵਿੱਚ ਕੰਜ਼ਿਊਮ ਕਰਨ ਲਈ ਘਰ ਬੈਠੇ ਹੀ ਸੀਟੈਟ ਦੀ ਆਨਲਾਈਨ ਪੇਡ ਗਰੁੱਪ ਦੇ ਵਿੱਚ ਤਿਆਰੀ ਕਰ ਸਕਦੇ ਹੋ ਜੀ। ਤਾਂ ਸਾਵਲ ਕਲਾਸਿਸ ਦੇ ਵਿੱਚ ਆਨਲਾਈਨ ਪੇਡ ਗਰੁੱਪ ਦਾ ਜਿਹੜਾ ਨਾਮ ਹੈ ਜੀ ਪਲੱਸ ਕੋਰਸ, ਠੀਕ ਹੈ, ਘਰ ਬੈਠੇ ਹੀ ਤੁਸੀਂ ਆਨਲਾਈਨ ਪੇਡ ਗਰੁੱਪ ਨੂੰ ਜੁਆਇਨ ਕਰਕੇ ETT ਦੀ ਇੱਕ ਚੰਗੇ ਲੈਵਲ ਦੇ ਉੱਪਰ ਤਿਆਰੀ ਕਰ ਸਕਦੇ ਹੋ। ਅਗਰ ਤੁਹਾਡਾ ਪੇਪਰ ਫਸਟ ਹੈ, ETT ਕੀਤੀ ਹੋਈ ਹੈ ਜੀ, ਜਾਂ ਤੁਹਾਡਾ ਪੇਪਰ ਸੈਕਿੰਡ ਹੈ, ਤੁਹਾਡਾ ਕੰਬੀਨੇਸ਼ਨ SST ਹੈ ਜਾਂ ਮੈਥ ਸਾਇੰਸ ਹੈ ਜੀ, ਤਾਂ ਇਹਨਾਂ ਕੰਬੀਨੇਸ਼ਨ ਜਾਂ ਇਹਨਾਂ ਸੀਟੈਟ ਦੀ ਜਿਹੜੀ ਤਿਆਰੀ ਕਰਨ ਲਈ ਤੁਸੀਂ ਸਾਵਲ ਕਲਾਸਿਸ ਦੇ ਇਹਨਾਂ ਕੰਟੈਕਟਸ ਨੰਬਰ ਦੇ ਉੱਪਰ ਕੰਟੈਕਟ ਕਰਕੇ ਆਪਣੀ ਸੀਟ ਜਿਹੜੀ ਹੈ ਬੁੱਕ ਕਰਵਾ ਸਕਦੇ ਹੋ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਲਿਮਿਟਡ ਸੀਟਸ ਹੁੰਦੀ ਹੈ ਜੀ, ਬਾਅਦ ਦੇ ਵਿੱਚੋਂ ਫਿਰ ਪ੍ਰੋਬਲਮ ਆਉਂਦੀ ਹੈ, ਇਨਰੋਲਮੈਂਟ ਨਹੀਂ ਹੁੰਦੀ। ਤਾਂ ਜਲਦੀ ਤੋਂ ਜਲਦੀ ਆਪਣੀ ਸੀਟ ਬੁੱਕ ਕਰਵਾ ਕੇ ਆਪਣੀ ਸੀਟੈਟ ਦੀ ਤਿਆਰੀ ਵਧੀਆ ਤਰੀਕੇ ਨਾਲ ਸ਼ੁਰੂ ਕਰ ਸਕਦੇ ਹੋ ਜੀ। ਤਾਂ ਸਾਰੇ ਹੀ ਟੀਚਰ ਸਾਡੇ ਵੈਲ ਕੁਆਲੀਫਾਈਡ ਹਨ ਜੀ, ਸਾਰਿਆਂ ਨੇ ਹੀ ਟੈਟ ਕਲੀਅਰ ਕੀਤਾ ਹੋਇਆ ਜੀ। ਤਾਂ ਪਿਛਲੇ ਘੱਟੋ ਘੱਟ 10 ਸਾਲਾਂ ਦਾ ਐਕਸਪੀਰੀਅੰਸ ਹੋ ਚੁੱਕਿਆ ਜੀ। ਤਾਂ ਆਪਣੇ ਇੱਕ ਚੰਗੇ ਐਕਸਪੀਰੀਅੰਸ ਦੁਆਰਾ ਹਰੇਕ ਸਬਜੈਕਟ ਦੀ ਬੜੇ ਹੀ ਡਿਟੇਲ ਦੇ ਵਿੱਚ ਥਿਊਰੀ ਦੀ ਪਲੱਸ MCQ ਜਿਹੜੀ ਤਿਆਰੀ ਕਰਵਾਈ ਜਾਂਦੀ ਹੈ ਜੀ। ਤਾਂ ਜਲਦੀ ਜਲਦੀ ਤੁਸੀਂ ਇਹ ਜਿਹੜਾ ਹੈ ਬੈਚ ਸ਼ੁਰੂ ਕਰ ਸਕਦੇ ਹੋ। ਤਾਂ ਆਓ ਜੀ ਫਿਰ ਆਪਾਂ ਪ੍ਰਸ਼ਨ ਦੇ ਬਾਕੀ ਭਾਗਾਂ ਦੇ ਬਾਰੇ ਜਾਣਕਾਰੀ ਹਾਸਲ ਕਰੀਏ। ਪ੍ਰਸ਼ਨ ਹੈ ਜੀ 103 ਨੰਬਰ, ਕਵੀ ਮੋਢੇ ਚੁੱਕ ਕੇ ਕਿਸ ਨੂੰ ਖਿਡਾਉਣਾ ਚਾਹੁੰਦਾ ਸੀ? ਦਾਦੀ ਨੂੰ, ਰੁੱਖ ਨੂੰ, ਭਰਾ ਨੂੰ ਜਾਂ ਮਹਿਬੂਬਾ ਨੂੰ ਜੀ? ਤਾਂ ਬਿਲਕੁਲ ਆਪਾਂ ਜਿਵੇਂ ਪੜ੍ਹਿਆ ਹੀ ਸੀ, ਤਾਂ ਉਹ ਕੀ ਹੈ ਜੀ, ਰੁੱਖ ਨੂੰ ਮੋਢੇ ਤੇ ਚੁੱਕ ਕੇ ਖਿਡਾਉਣਾ ਚਾਹੁੰਦਾ ਸੀ। ਹਾਂਜੀ, ਪ੍ਰਸ਼ਨ ਹੈ ਜੀ ਅੱਗੇ 104, ਮਹਿਬੂਬਾ ਸ਼ਬਦ ਦਾ ਪੁਲਿੰਗ ਬਣਾਓ ਜੀ। ਮਹਿਬੂਬਾ, ਮਹਿਬੂਬਨ, ਮਹਿਬੂਬਾਵਾਂ ਜਾਂ ਮਹਿਬੂਬੇ? ਤਾਂ ਇਸ ਦਾ ਜਿਹੜਾ ਸਹੀ ਆਂਸਰ ਹੈ ਜੀ ਮਹਿਬੂਬਾ, ਸੇਮ ਹੀ ਆਏਗਾ ਜੀ, ਚਾਹੇ ਉਹ ਮੇਲ ਹੋਵੇ ਚਾਹੇ ਫੀਮੇਲ ਹੋਵੇ, ਮਹਿਬੂਬਾ ਹੀ ਉਸਨੂੰ ਕਿਹਾ ਜਾਵੇਗਾ। ਠੀਕ ਹੈ, ਬਾਕੀ ਆਪਸ਼ਨਾਂ ਗਲਤ ਹੈ ਜੀ। ਅੱਗੇ ਜੀ ਪ੍ਰਸ਼ਨ ਨੰਬਰ 105, ਕਵੀ ਮਾਂ, ਪੁੱਤ, ਭਰਾ, ਬਾਬਾ, ਦਾਦੀ, ਯਾਰ, ਮਹਿਬੂਬਾ ਰਾਹੀਂ ਰੁੱਖਾਂ ਨਾਲ ਕੀ ਕਾਇਮ ਕਰਨਾ ਚਾਹੁੰਦਾ ਹੈ ਜੀ?
ਨਫ਼ਰਤ, ਰਿਸ਼ਤਾ, ਦੁਸ਼ਮਣੀ, ਘਿਰਨਾ ਜੀ। ਬਿਲਕੁਲ ਆਪਾਂ ਪੜ੍ਹਿਆ ਸਮਝਿਆ ਜੀ, ਇੱਥੇ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਆ ਜੀ। ਠੀਕ ਹੈ, 105 ਦਾ ਰਿਸ਼ਤਾ। ਪ੍ਰਸ਼ਨ ਨੰਬਰ 106 ਦੇਖਦੇ ਹਾਂ। ਹਾਂਜੀ, ਇਹ ਪੈਡਾਗੋਗੀ ਦੇ ਨਾਲ ਸੰਬੰਧਿਤ ਪ੍ਰਸ਼ਨ ਆ ਗਏ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅਧਿਆਪਨ ਦਾ ਅਧਿਐਨ ਕੀ ਹੈ ਜੀ, ਉਸ ਦੇ ਬਾਰੇ ਕੀ ਹੈ ਜੀ, ਇਹ ਕੁਐਸਚਨ ਆਉਂਦੇ ਆ। ਜਿਵੇਂ ਕਿ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਸਿਰਫ 7 ਜਾਂ 8 ਟੌਪਿਕ ਹੀ ਦਿੱਤੇ ਹੋਏ ਆ ਜੀ। ਤਾਂ 7-8 ਜਾਂ ਟੌਪਿਕ ਕਰਕੇ ਸਟੂਡੈਂਟਸ ਦੀ ਕੋਈ ਵਧੀਆ ਤਿਆਰੀ ਨਹੀਂ ਹੋ ਜਾਂਦੀ। ਤਾਂ ਹਿਸਾਬ ਕਲਾਸ ਦੇ ਵਿੱਚ ਆਪਾਂ ਘੱਟੋ ਘੱਟ 20 ਜਾਂ 21 ਟੌਪਿਕ ਕਰਾਂਗੇ। ਠੀਕ ਹੈ, ਜਿਸ ਦੇ ਨਾਲ ਆਪਣੀ ਇੱਕ ਬਹੁਤ ਹੀ ਵਧੀਆ ਲੈਵਲ ਦੇ ਉੱਪਰ ਤਿਆਰੀ ਪਹੁੰਚ ਜਾਂਦੀ ਹੈ। ਫਿਰ ਚਾਹੇ ਕਿਤੋਂ ਵੀ ਪ੍ਰਸ਼ਨ ਕੋਈ ਆ ਜਾਏ, ਠੀਕ ਹੈ, ਤਾਂ ਆਪਾਂ ਉਸ ਦਾ ਪ੍ਰਸ਼ਨ ਦਾ ਉੱਤਰ ਦੇਣ ਦੀ ਕੋਸ਼ਿਸ਼ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਔਰ ਪਲੱਸ ਪੂਰੀ ਵਿਆਕਰਣ ਜੀ, ਜਿਵੇਂ ਕਿ ਵਿਆਕਰਣ ਦੇ ਵੀ ਜਿਹੜੇ 4-5 ਕੁਐਸਚਨ ਆ ਜਾਂਦੇ ਆ ਸੀਟੈਟ ਦੇ ਵਿੱਚ ਵੀ, ਉਹ ਵੀ ਆਪਾਂ ਵਿਆਕਰਣ ਵੀ ਕਰਦੇ ਹਾਂ ਜੀ। ਪਲੱਸ ਜਿਹੜੇ ਪ੍ਰੀਵੀਅਸ ਪੇਪਰ ਹੈ ਜੀ, ਉਹਨਾਂ ਦੀ ਵੀ ਜਿਹੜੀ ਆ ਤਿਆਰੀ ਕਰਵਾਈ ਜਾਂਦੀ ਹੈ। ਹੋਰ ਵੀ ਬਹੁਤ ਸਾਰਾ ਕੁਛ, ਜਿਵੇਂ ਸਹੂਲਤਾਂ ਦੇ ਨਾਲ ਤੁਸੀਂ ਇੱਕ ਚੰਗੇ ਲੈਵਲ ਦੀ ਤਿਆਰੀ ਕਰ ਪਾਓਗੇ। ਹਾਂਜੀ, ਅੱਗੇ ਚੱਲਦੇ ਹਾਂ ਆਪਾਂ। ਪ੍ਰਸ਼ਨ ਹੈ ਜੀ 106 ਨੰਬਰ, ਪਹਿਲੀ ਜਮਾਤ ਦੀ ਭਾਸ਼ਾ ਦੀ ਇੱਕ ਪਾਠ ਪੁਸਤਕ 35 2 ਅੱਖਰਾਂ ਵਾਲੇ ਸ਼ਬਦਾਂ ਤੇ 3 ਅੱਖਰਾਂ ਵਾਲੇ ਸ਼ਬਦਾਂ ਦੀ ਵਰਤੋਂ ਹੁੰਦੀ ਹੋਈ ਕਹਾਣੀਆਂ ਤੇ ਕਵਿਤਾਵਾਂ ਤੱਕ ਪਹੁੰਚਦੀ ਹੈ। ਪਾਠ ਪੁਸਤਕ ਵਿੱਚ ਕਿਹੜੀ ਪਹੁੰਚ ਅਪਣਾਈ ਗਈ ਹੈ ਜੀ? ਠੀਕ ਹੈ ਜੀ, ਧਿਆਨ ਦਿਓ। 3 ਅੱਖਰਾਂ ਵਾਲੇ ਸ਼ਬਦਾਂ ਵਿੱਚੋਂ ਹੁੰਦੀ ਹੈ ਕਹਾਣੀਆਂ, ਫਿਰ ਕਵਿਤਾਵਾਂ। ਇਹਦੇ ਵਿੱਚ ਪਹੁੰਚ ਵੇਖਣੀ ਆਪਾਂ ਕਿਹੜੀ ਹੈ ਜੀ। ਹੇਠਾਂ ਤੋਂ ਉੱਪਰ ਵੱਲ ਪਹੁੰਚ, ਉੱਪਰ ਤੋਂ ਹੇਠਾਂ ਵੱਲ ਪਹੁੰਚ, ਅਨੁਸ਼ਾਸਨੀ ਪਹੁੰਚ ਜਾਂ ਪਾਠਕ੍ਰਮ ਪਹੁੰਚਣ ਦੀ ਪਹੁੰਚ ਜੀ। ਤਾਂ ਬਿਲਕੁਲ ਇਹਦੇ ਵਿੱਚ ਗੱਲ ਕੀਤੀ ਗਈ ਹੈ ਪਹਿਲਾਂ 2 ਅੱਖਰਾਂ ਦੀ, ਫਿਰ 3 ਅੱਖਰਾਂ ਦੀ, ਫਿਰ ਕਹਾਣੀਆਂ ਤੇ ਫਿਰ ਕਵਿਤਾਵਾਂ ਦੀ। ਤਾਂ ਇਹ ਪਹੁੰਚ ਹੈ ਜੀ ਪਹਿਲਾ ਆਪਸ਼ਨ ਜੀ, ਹੇਠਾਂ ਤੋਂ ਉੱਪਰ ਵੱਲ ਦੀ ਪਹੁੰਚ ਇਸ ਨੂੰ ਕਿਹਾ ਜਾਂਦਾ ਹੈ। ਠੀਕ ਹੈ, ਬਿਲਕੁਲ ਇਸ ਦੇ ਉਲਟ ਹੁੰਦਾ ਜੀ, ਉੱਪਰ ਤੋਂ ਹੇਠਾਂ ਵੱਲ, ਅਨੁਸ਼ਾਸਨੀ ਪਹੁੰਚ, ਪਾਠਕ੍ਰਮ ਪਹੁੰਚ, ਬਣਾਉਣ ਦੀ ਪਹੁੰਚ ਜੀ। ਇਹ ਪਾਠਕ੍ਰਮ ਨਾਲ ਸੰਬੰਧਿਤ ਹੁੰਦੀ ਹੈ। ਤਾਂ ਪ੍ਰਸ਼ਨ ਦੇ ਅਨੁਸਾਰ ਇਸ ਦਾ ਆਂਸਰ ਕੀ ਆਏਗਾ ਜੀ? ਪਹਿਲਾ ਆਪਸ਼ਨ। ਪ੍ਰਸ਼ਨ ਦੇਖਦੇ ਹਾਂ ਜੀ 107 ਨੰਬਰ, ਪੜ੍ਹਤ ਵਿੱਚ ਵਿਘਨ ਹੈ ਜੀ। ਪੜ੍ਹਤ ਮਤਲਬ ਪੜ੍ਹਾਈ, ਵਿਘਨ ਮਤਲਬ ਅਯੋਗਤਾ। ਇਹ ਜਿਹੜਾ ਟੌਪਿਕ ਹੈ ਜੀ ਸਾਈਕੋ ਦਾ ਟੌਪਿਕ ਹੈ ਜੀ। ਇਸ ਦੇ ਵਿੱਚ ਬਹੁਤ ਸਾਰੇ ਟਰਮਸ ਆਪ ਸਭ ਨੇ ਪੜ੍ਹੀਆਂ ਹੀ ਹੋਣਗੀਆਂ। ਤਾਂ ਪੰਜਾਬੀ ਦੇ ਵਿੱਚ ਵੀ ਅਜਿਹੀਆਂ ਜੀ 1-2 ਕੁਐਸਚਨ, ਜਾਂ ਹਿੰਦੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਵੀ 1-2 ਕੁਐਸਚਨ ਅਜਿਹੇ ਪਾ ਦਿੰਦੇ ਆ, ਜੋ ਕਿ ਬੇਸਿਕਲੀ ਸਾਈਕੋ ਦੇ ਟੌਪਿਕ ਹੈ, ਪਰ ਹੈ ਤਾਂ ਸਾਰੇ ਲਰਨਿੰਗ ਦੇ ਨਾਲ ਜੁੜੇ ਹੋਏ। ਹਾਂਜੀ, ਪੜ੍ਹਤ ਦੇ ਵਿੱਚ ਵਿਘਨ ਕੀ ਹੁੰਦਾ ਜੀ? ਡਿਸਲੈਕਸੀਆ, ਡਿਸਗ੍ਰਾਫੀਆ, ਡਿਸਕੈਲਕੂਲੀਆ ਜਾਂ ਡਿਸਫੋਰੀਆ ਜੀ। ਤਾਂ ਇਸ ਦੇ ਵਿੱਚ ਆਪਣਾ ਜਿਹੜਾ ਆਂਸਰ ਆਏਗਾ ਜੀ, ਦੇਖਦੇ ਹਾਂ ਆਪਾਂ। ਡਿਸਗ੍ਰਾਫੀਆ ਹੁੰਦਾ ਹੈ ਕਿ ਗ੍ਰਾਫ ਨਾਲ ਸੰਬੰਧਿਤ ਅਯੋਗਤਾ। ਡਿਸਕੈਲਕੂਲੀਆ ਹੁੰਦਾ ਹੈ ਗਿਣਤੀ ਮਿਣਤੀ ਕਰਨ ਦੇ ਵਿੱਚ ਗਲਤੀ ਕਰਨਾ। ਡਿਸਫੋਰੀਆ ਇਹ ਮੇਰੇ ਧਿਆਨ ਨਹੀਂ ਆ ਰਿਹਾ। ਤਾਂ ਇਸ ਦਾ ਆਂਸਰ ਆਏਗਾ ਜੀ ਪਹਿਲਾ, ਡਿਸਲੈਕਸੀਆ। ਪੜ੍ਹਨ ਦੇ ਵਿੱਚ ਅਯੋਗਤਾ ਨੂੰ ਕੀ ਕਹਿੰਦੇ ਆ ਜੀ? ਡਿਸਲੈਕਸੀਆ ਜੀ। ਮੰਨ ਲਓ ਕੀ ਹੈ ਜੀ, ਬੀ ਨੂੰ ਬੱਚਾ ਡੀ ਪੜ੍ਹ ਗਿਆ, ਜਾਂ ਖੱਖਾ ਨੂੰ ਪੰਜਾਬੀ ਦੀ ਗੱਲ ਕਰੀਏ ਤਾਂ ਥੱਥਾ ਪੜ੍ਹ ਗਿਆ ਜੀ। ਗਲਤੀ ਲੱਗ ਜਾਂਦੀ ਹੈ, ਬੱਚੇ ਨੂੰ ਭੁਲੇਖਾ ਪੈ ਜਾਂਦਾ ਹੈ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ? ਡਿਸਲੈਕਸੀਆ। ਹਾਂਜੀ, ਪ੍ਰਸ਼ਨ ਨੰਬਰ 108 ਦੇਖੋ, ਇੱਕ ਅਧਿਆਪਕ ਨੂੰ ਭਾਸ਼ਾ ਦੀ ਜਮਾਤ ਵਿੱਚ ਲਿਖਾਈ ਦੀ ਸ਼ੁਰੂਆਤ ਕਰਦਿਆਂ ਚਾਹੀਦਾ ਹੈ ਕਿ ਉਹ। ਹਾਂਜੀ, ਕੱਲ ਵੀ ਆਪਾਂ ਇੱਕ ਪ੍ਰਸ਼ਨ ਕੀਤਾ ਸੀ, ਅਜਿਹਾ ਹੀ ਕੁਐਸਚਨ ਜਿਹੜਾ ਆਇਆ ਸੀ ਕੌਸ਼ਲ ਦੇ ਉੱਪਰ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਭਾਸ਼ਾ ਦੇ 4 ਕੌਸ਼ਲ ਹੁੰਦੇ ਆ, ਬੋਲਣਾ, ਪੜ੍ਹਨਾ, ਲਿਖਣਾ ਤੇ ਸੁਣਨਾ ਜੀ। ਠੀਕ ਹੈ, ਇਹ 4 ਕੌਸ਼ਲ ਹੁੰਦੇ ਆ, ਸੁਣਨਾ, ਪੜ੍ਹਨਾ, ਬੋਲਣਾ ਤੇ ਲਿਖਣਾ। ਉਹਦੇ ਵਿੱਚ ਗੱਲ ਕੀਤੀ ਗਈ ਹੈ ਸਿਰਫ ਲਿਖਾਈ ਦੀ ਸ਼ੁਰੂਆਤ ਦੀ ਜੀ, ਸ਼ੁਰੂਆਤ ਦੀ ਗੱਲ ਕੀਤੀ ਗਈ ਹੈ। ਤਾਂ ਦੇਖਦੇ ਹਾਂ ਆਪਾਂ, ਵਿਦਿਆਰਥੀਆਂ ਨੂੰ ਵਿਸ਼ੇ ਉੱਪਰ ਦਿਮਾਗ ਲਗਾ ਕੇ ਵਿਚਾਰ ਪੈਦਾ ਕਰਨ ਲਈ ਕਹੇ। ਉਸ ਤੋਂ ਬਾਅਦ ਹੈ, ਵਿਦਿਆਰਥੀਆਂ ਨੂੰ ਬਲੈਕ ਬੋਰਡ ਤੋਂ ਇੱਕ ਵਿਸ਼ੇ ਉੱਪਰ ਪਹਿਰਾ ਦੇਖ ਕੇ ਲਿਖਣ ਲਈ ਕਹੇ। ਨੈਕਸਟ ਹੈ, ਵਿਦਿਆਰਥੀਆਂ ਨੂੰ ਸਕੂਲ ਆਉਣ ਤੋਂ ਪਹਿਲਾਂ ਵੱਖੋ ਵੱਖਰੇ ਪਹਿਰੇ ਪੜ੍ਹਨ ਲਈ ਕਹੇ। ਵਿਦਿਆਰਥੀਆਂ ਨੂੰ ਸੁੰਦਰ ਲਿਖਾਈ ਲਿਖਣ ਲਈ ਕਹੇ ਜੀ। ਤਾਂ ਇਸ ਦਾ ਆਂਸਰ ਆਏਗਾ ਜੀ, ਆਪਾਂ ਗੱਲ ਕੀਤੀ ਹੈ ਸ਼ੁਰੂਆਤ ਦੀ, ਲਿਖਾਈ ਦੀ ਸ਼ੁਰੂਆਤ। ਵਿਦਿਆਰਥੀਆਂ ਨੂੰ ਵਿਸ਼ੇ ਉੱਪਰ ਦਿਮਾਗ ਲਗਾ ਕੇ ਵਿਚਾਰ ਪੈਦਾ ਕਰਨ ਲਈ ਕਹੇ ਜੀ। ਪ੍ਰਸ਼ਨ ਨੰਬਰ 108 ਦਾ ਸਹੀ ਉੱਤਰ ਹੈ ਪਹਿਲਾ ਆਪਸ਼ਨ ਜੀ।
ਹਾਂਜੀ, ਅੱਗੇ ਹੈ ਜੀ ਆਪਣਾ ਪ੍ਰਸ਼ਨ ਨੰਬਰ 109। ਇੱਕ ਬੱਚਾ ਮੁੱਢਲੇ ਰੂਪ ਵਿੱਚ ਮਾਂ ਬੋਲੀ ਗ੍ਰਹਿਣ ਕਰਦਾ ਹੈ, ਕਿਵੇਂ ਕਰਦਾ ਜੀ? ਸੁਣ ਕੇ, ਬੋਲ ਕੇ, ਲਿਖ ਕੇ ਜਾਂ ਰਸਮੀ ਲਿਖਾਈ ਦੇ ਰੂਪ ਵਿੱਚ ਜੀ? ਤਾਂ ਇਸ ਦਾ ਆਂਸਰ ਆਏਗਾ ਜੀ ਕਿ ਬੱਚਾ ਜਦੋਂ ਪਰਿਵਾਰ ਦੇ ਵਿੱਚ ਸੁਣਦਾ ਹੈ ਜੀ, ਕਿਉਂਕਿ ਹਜੇ ਤਾਂ ਬੱਚਾ ਬੋਲਣਾ ਸਿੱਖਿਆ ਹੀ ਨਹੀਂ, ਤਾਂ ਜਿਵੇਂ ਜਿਵੇਂ ਉਹ ਥੋੜ੍ਹਾ ਥੋੜ੍ਹਾ ਵੱਡਾ ਹੁੰਦਾ ਜਾਂਦਾ, ਜਿਵੇਂ ਉਹਨਾਂ ਦੇ ਪੇਰੈਂਟਸ ਜਿਹੜੇ ਹੈ ਜੀ ਉਹ ਬੋਲਦੇ ਆ, ਤਾਂ ਬੱਚੇ ਸੁਣ ਕੇ ਹੀ ਉਸ ਮਾਂ ਬੋਲੀ ਨੂੰ ਗ੍ਰਹਿਣ ਕਰ ਲੈਂਦਾ ਜੀ। ਠੀਕ ਹੈ, ਮਾਂ ਬੋਲੀ ਨਾਲ ਸੰਬੰਧਿਤ ਜਿਹੜਾ ਸ਼ਬਦ ਹੈ ਜੀ, ਪ੍ਰੋਸੈਸ ਜਿਹੜਾ ਹੈ ਜੀ, ਗ੍ਰਹਿਣ ਕਰਨਾ ਜਾਂ ਪ੍ਰਾਪਤ ਕਰਨਾ ਜਾਂ ਗ੍ਰਹਿਣਸ਼ੀਲਤਾ ਜਾਂ ਅਖਤਿਆਰ ਕਰਨਾ। ਠੀਕ ਹੈ, ਤੇ ਇਹ ਜਿਹੜੇ ਹੈ ਸ਼ਬਦ ਹੋ ਸਕਦੇ ਆ ਜੀ, ਆ ਸਕਦੇ ਪੇਪਰ ਦੇ ਵਿੱਚ, ਕਿ ਇਹ ਕੀ ਹੁੰਦੇ ਆ ਜੀ? ਭਾਸ਼ਾ ਪ੍ਰਾਪਤ ਕਰਨਾ ਕੀ ਹੁੰਦਾ ਹੈ, ਭਾਸ਼ਾ ਗ੍ਰਹਿਣ ਕਰਨਾ ਕੀ ਹੁੰਦਾ ਹੈ, ਤੇ ਭਾਸ਼ਾ ਅਖਤਿਆਰ ਕਰਨਾ ਕੀ ਹੁੰਦਾ ਹੈ? ਉੱਤਰ ਕੀ ਆਏਗਾ? ਮਾਂ ਬੋਲੀ ਨੂੰ ਸਿੱਖਣਾ। ਤਾਂ ਆਂਸਰ ਕੀ ਆਏਗਾ ਜੀ ਇਸ ਦਾ ਕੁਐਸਚਨ ਦੇ ਅਨੁਸਾਰ? ਪਹਿਲਾ ਆਪਸ਼ਨ ਜੀ। ਪ੍ਰਸ਼ਨ ਨੰਬਰ 110 ਦੇਖੋ, ਹੇਠ ਲਿਖਿਆਂ ਵਿੱਚੋਂ ਕਿਹੜਾ ਰਚਨਾਤਮਕ ਕੌਸ਼ਲ ਵਿੱਚ ਆਉਂਦਾ ਹੈ ਜੀ? ਰਚਨਾਤਮਕ ਕੌਸ਼ਲ ਮਤਲਬ ਪ੍ਰੋਡਕਟਿਵ ਸਕਿੱਲ ਜੀ। ਇਹ ਕੁਐਸਚਨ ਵੀ ਹੈ ਜੀ, ਵਾਰ-ਵਾਰ ਰਿਪੀਟ ਹੋ ਰਿਹਾ। ਪੜ੍ਹਨਾ ਤੇ ਲਿਖਣਾ ਜੀ। ਦੇਖੋ, ਪੜ੍ਹਨ ਨਾਲ ਕੋਈ ਰਚਨਾਤਮਕ ਕੌਸ਼ਲ ਨਹੀਂ ਆਉਂਦਾ ਜੀ। ਪੜ੍ਹਨਾ ਤੇ ਸੁਣਨਾ ਨਹੀਂ ਜੀ। ਬੋਲਣਾ ਤੇ ਲਿਖਣਾ ਜਾਂ ਬੋਲਣਾ ਤੇ ਸੁਣਨਾ। ਇਸ ਦਾ ਸਹੀ ਆਂਸਰ ਆਏਗਾ ਜੀ ਤੀਸਰਾ ਆਪਸ਼ਨ। ਜਦੋਂ ਬੋਲਿਆ ਜਾਂਦਾ ਹੈ ਤਾਂ ਉਸ ਦੀ ਰਿਕਾਰਡਿੰਗ ਹੋ ਸਕਦੀ ਹੈ, ਸੁਣਨ ਵਾਲੇ ਦੇ ਉੱਪਰ ਪ੍ਰਭਾਵ ਪੈਂਦਾ। ਜਦੋਂ ਲਿਖ ਰਹੇ ਆ ਉਦੋਂ ਵੀ ਕੀ ਹੈ ਜੀ, ਆਪਣੇ ਨੋਟਸ ਤਿਆਰ ਹੋ ਰਹੇ ਆ, ਮਤਲਬ ਕੋਈ ਨਾ ਕੋਈ ਪ੍ਰੋਡਕਟ ਤਿਆਰ ਹੋਣਾ ਜੀ, ਜਿਸ ਨੂੰ ਆਪਾਂ ਵਾਰ-ਵਾਰ ਪ੍ਰਯੋਗ ਕਰ ਸਕਦੇ ਹਾਂ। ਠੀਕ ਹੈ, ਮੰਨ ਲਓ ਬੋਲਣ ਨਾਲ ਕੀ ਹੋਏਗਾ, ਰਿਕਾਰਡਿੰਗ ਹੋ ਗਈ, ਆਪਾਂ ਉਸਨੂੰ ਵਾਰ-ਵਾਰ ਸੁਣ ਰਹੇ ਹਾਂ। ਕਿਸੇ ਨੇ ਲਿਖ ਕੇ ਨੋਟਸ ਤਿਆਰ ਕੀਤੇ ਤਾਂ ਉਹ ਪ੍ਰੋਡਕਟ ਤਿਆਰ ਹੋ ਗਿਆ ਜੀ। ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ? ਰਚਨਾਤਮਕ ਕੌਸ਼ਲ। ਠੀਕ ਹੈ, ਹਾਂਜੀ, ਅੱਗੇ ਹੈ ਜੀ ਪ੍ਰਸ਼ਨ ਨੰਬਰ 111। ਹਾਂਜੀ, ਇਹ ਤੀਜੀ ਜਮਾਤ ਦੀ ਗੱਲ ਕੀਤੀ ਜਾ ਰਹੀ ਹੈ ਜੀ। ਤੀਜੀ ਜਮਾਤ ਦੀ ਅਧਿਆਪਕਾ ਕਰੁਣਾ ਇੱਕ ਕਵਿਤਾ ਪੜ੍ਹਾਉਣ ਮਗਰੋਂ ਜਮਾਤ ਨੂੰ ਕੁਝ ਅਭਿਆਸ ਲਈ ਦੇਣ ਦਾ ਫੈਸਲਾ ਕਰਦੀ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ ਚੁਣਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਸਰਗਰਮੀ ਨਾਲ ਹਿੱਸਾ ਲੈ ਸਕਣ ਜੀ? ਹੁਣ ਦੇਖੋ, ਇਹ ਪ੍ਰਸ਼ਨ ਦਾ ਉੱਤਰ ਆਪਾਂ ਬਿਲਕੁਲ ਤੀਜੀ ਜਮਾਤ ਦੇ ਬੱਚਿਆਂ ਦੇ ਪੱਧਰ ਦੇ ਅਨੁਸਾਰ ਦੇਣਾ ਹੈ। ਇਹਦੇ ਵਿੱਚ ਕਈ ਸਟੂਡੈਂਟਸ ਹੁੰਦੇ ਆ ਕਿ ਆਪਣੀ ਮਰਜ਼ੀ ਨਾਲ ਜਾਂ ਆਪਣੇ ਸੈਂਸ ਨਾਲ ਉੱਤਰ ਦਿੰਦੇ ਆ, ਜੋ ਗਲਤ ਹੋ ਜਾਂਦਾ ਹੈ। ਇੱਥੇ ਹੁਣ ਤੀਜੀ ਜਮਾਤ ਸਪੈਸ਼ਲ ਮੈਂਸ਼ਨ ਕੀਤੀ ਗਈ ਹੈ ਕਿ ਛੋਟੇ ਛੋਟੇ ਬੱਚੇ ਆ, ਉਹਨਾਂ ਨੂੰ ਫਿਰ ਕਿਹੜੀ ਸਰਗਰਮੀ ਦੇ ਵਿੱਚ ਹਿੱਸਾ ਲੈਣ ਲਈ ਕਿਹਾ ਜਾਵੇ? ਹਾਂਜੀ, ਆਪਾਂ ਆਨਸਰ ਦੇਖਦੇ ਹਾਂ। ਵਿਦਿਆਰਥੀਆਂ ਨੂੰ ਕਵਿਤਾ ਦੇ ਅਖੀਰ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖਣ ਲਈ ਕਹਿਣਾ। ਨਹੀਂ ਜੀ, ਤੀਜੀ ਜਮਾਤ ਦੇ ਬੱਚੇ ਅਜਿਹਾ ਨਹੀਂ ਕਰ ਪਾਉਣਗੇ। ਵਿਦਿਆਰਥੀਆਂ ਨੂੰ ਸਮੂਹਾਂ ਵਿੱਚ ਕਵਿਤਾ ਉੱਪਰ ਆਪਣੀ ਵਿਆਖਿਆ ਕਰਨ ਲਈ ਜੀ, ਇਹ ਹੋ ਸਕਦਾ ਹੈ। ਅੱਗੇ ਦੇਖਦੇ ਹਾਂ, ਵਿਦਿਆਰਥੀਆਂ ਨੂੰ ਕਹਿਣਾ ਕਿ ਉਹ ਕਵਿਤਾ ਦੇ ਹਰੇਕ ਸਤਰ ਯਾਦ ਕਰਨ ਲਈ, ਕਿਉਂ ਜੋ ਉਹ ਪਾਠ ਪੁਸਤਕ ਵਿੱਚ ਹੈ ਜੀ। ਹਰੇਕ ਸਤਰ ਨੂੰ ਯਾਦ ਕਰਨਾ ਵੀ ਤੀਜੀ ਜਮਾਤ ਦੇ ਬੱਚਿਆਂ ਲਈ ਥੋੜ੍ਹਾ ਜਿਹਾ ਮੁਸ਼ਕਲ ਕੰਮ ਹੈ। ਵਿਦਿਆਰਥੀਆਂ ਨੂੰ ਕਵਿਤਾ ਵਿੱਚੋਂ ਨਵੇਂ ਸ਼ਬਦ ਵਰਤ ਕੇ ਵਾਕ ਬਣਾਉਣ ਲਈ ਕਹੇ ਜੀ। ਤਾਂ ਇੱਥੇ ਤੀਜੀ ਜਮਾਤ ਦੇ ਬੱਚਿਆਂ ਲਈ ਇਹ ਸਰਗਰਮੀਆਂ ਨਹੀਂ ਸਹੀ ਹੋਣਗੀਆਂ। ਤਾਂ ਸਹੀ ਸਰਗਰਮੀਆਂ ਜੀ ਦੂਸਰਾ ਆਪਸ਼ਨ ਜੀ, ਵਿਦਿਆਰਥੀਆਂ ਨੂੰ ਸਮੂਹਾਂ ਵਿੱਚ ਕਵਿਤਾ ਉੱਪਰ ਵਿਆਖਿਆ ਕਰਨ ਲਈ ਕਹਿਣਾ ਜੀ। ਤਾਂ ਬੱਚੇ ਸਮੂਹਾਂ ਦੇ ਵਿੱਚ ਗੱਲ ਵਿਆਖਿਆ ਕਰਨਗੇ ਤਾਂ ਉਸਦੇ ਭਾਵਾਂ ਨੂੰ ਸਮਝਣਗੇ ਅਤੇ ਆਪਣੇ ਹੀ ਸ਼ਬਦਾਂ ਦੇ ਦੁਆਰਾ ਜੋ ਸਮਝਿਆ ਹੈ ਉਹਨਾਂ ਨੇ ਉਹ ਬੋਲਣ ਦੀ ਜਾਂ ਅਭਿਵਿਅਕਤ ਕਰਨ ਦੀ ਕੋਸ਼ਿਸ਼ ਕਰਨਗੇ। ਤਾਂ ਭਾਸ਼ਾ ਦੇ ਉੱਪਰ ਉਹਨਾਂ ਦੀ ਪਕੜ ਵਧੀਆ ਬਣੇਗੀ। ਠੀਕ ਹੈ, ਔਰ ਉਹਨਾਂ ਨੂੰ ਕਵਿਤਾ ਯਾਦ ਵੀ ਹੋ ਜਾਏਗੀ। ਮਤਲਬ ਉਹਨਾਂ ਨੂੰ ਛੋਟੀ ਜਮਾਤ ਦੇ ਬੱਚਿਆਂ ਦੇ ਵਿੱਚ, ਜਾਂ ਆਪਾਂ ਗੱਲ ਕਰੀਏ ਕਿ ਛੋਟੇ ਜਮਾਤ ਦੀਆਂ ਜਮਾਤਾਂ ਵਿੱਚ ਬੱਚੇ ਨੂੰ ਭਾਸ਼ਾ ਦੇ ਉੱਪਰ ਜਦੋਂ ਵਿਕਾਸ ਕਰਨਾ ਹੈ ਤਾਂ ਵੱਧ ਤੋਂ ਵੱਧ ਉਹਨਾਂ ਨੂੰ ਬੋਲਣ ਦੇ ਮੌਕੇ ਦਿੱਤੇ ਜਾਣ, ਜੋ ਉਹਨਾਂ ਲਈ ਬੜੇ ਹੀ ਆਰਾਮਦਾਇਕ ਹੋਣ ਤੇ ਬੜੇ ਹੀ ਉਹਨਾਂ ਨੂੰ ਸਹਿਯੋਗੀ ਹੋਣ। ਜਿਵੇਂ ਇੱਥੇ ਸਮੂਹਾਂ ਦੀ ਗੱਲ ਕੀਤੀ ਗਈ ਹੈ, ਤਾਂ ਸਮੂਹਾਂ ਦੇ ਵਿੱਚ ਜਦੋਂ ਬੱਚੇ ਬੈਠ ਕੇ ਇਹ ਵਿਆਖਿਆ ਕਰਨਗੇ ਤਾਂ ਇੱਕ ਦੂਸਰੇ ਨੂੰ ਉਹਨਾਂ ਦਾ ਸਹਾਰਾ ਮਿਲੇਗਾ, ਉਹਨਾਂ ਦੇ ਵਿੱਚ ਸਵੈ ਵਿਸ਼ਵਾਸ ਆਏਗਾ। ਠੀਕ ਹੈ, ਉਹਨਾਂ ਦੀ ਆਪਣੀ ਹੀ ਇੱਕ ਜਿਵੇਂ ਕਿ ਘਰ ਦਾ ਵਾਤਾਵਰਨ ਮਿਲੇਗਾ ਉਹਨਾਂ ਨੂੰ, ਤਾਂ ਉਹਦੇ ਉੱਪਰ ਜ਼ਿਆਦਾ ਵਧੀਆ ਤਰੀਕੇ ਨਾਲ ਆਪਣੀ ਪਰਫੋਰਮੈਂਸ ਕਰ ਦਿਖਾਉਣਗੇ ਜੀ। ਪ੍ਰਸ਼ਨ ਨੰਬਰ 112 ਦੇਖਦੇ ਹਾਂ। ਭਾਸ਼ਾ ਗ੍ਰਹਿਣ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਠੀਕ ਹੈ? ਹੁਣ ਗ੍ਰਹਿਣ ਦੀ ਗੱਲ ਕੀਤੀ ਸੀ ਆਪਾਂ, ਇੱਥੇ ਇਹ ਸਾਰੇ ਸ਼ਬਦ ਲਿਖੇ ਸੀ। ਭਾਸ਼ਾ ਪ੍ਰਾਪਤ ਕਰਨਾ,
ਭਾਸ਼ਾ ਗ੍ਰਹਿਣਸ਼ੀਲਤਾ, ਭਾਸ਼ਾ ਅਖਤਿਆਰ ਕਰਨਾ, ਕੋਈ ਵੀ ਸ਼ਬਦ ਆ ਸਕਦਾ, ਯਾਦ ਰੱਖਿਓ। ਠੀਕ ਹੈ। ਹੁਣ ਗ੍ਰਹਿਣ ਦੀ ਗੱਲ ਕੀਤੀ ਆਪਾਂ, ਮਤਲਬ ਮਾਤਰ ਭਾਸ਼ਾ ਦੀ ਜਾਂ ਮਾਂ ਬੋਲੀ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ, ਇਹ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ। ਠੀਕ ਹੈ। ਦੇਖਦੇ ਹਾਂ, ਬੱਚਿਆਂ ਕੋਲ ਭਾਸ਼ਾ ਗ੍ਰਹਿਣ ਕਰਨ ਲਈ ਅੰਦਰੂਨੀ ਸਮਰੱਥਾ ਨਹੀਂ ਹੁੰਦੀ ਜੀ। ਠੀਕ ਹੈ, ਕਿਹੜਾ ਠੀਕ ਹੈ, ਠੀਕ ਪਾਲਣਾ ਜੀ। ਨੂੰ ਅੰਦਰੂਨੀ ਸਮਰੱਥਾ ਹੁੰਦੀ ਹੈ। ਬੱਚਾ ਜਨਮ ਦੇ ਨਾਲ ਹੀ ਆਪਣੀ ਦੀ ਇੱਕ ਯੋਗਤਾ ਲੈ ਕੇ ਆਉਂਦਾ ਹੈ, ਉਸਨੂੰ ਦੁਨੀਆ ਦੀ ਕੋਈ ਵੀ ਭਾਸ਼ਾ ਸਿਖਾ ਦਿਓ, ਉਸਨੇ ਸਿੱਖ ਹੀ ਲੈਣੀ ਹੈ। ਤਾਂ ਇਸ ਦੇ ਅਨੁਸਾਰ ਫਿਰ ਇਹ ਪੁਆਇੰਟ ਤਾਂ ਗਲਤ ਹੋ ਗਿਆ। ਉਸ ਤੋਂ ਬਾਅਦ ਦੇਖਦੇ ਹਾਂ ਜੀ, ਬੱਚੇ ਉਸ ਸਮੇਂ ਭਾਸ਼ਾ ਸਿੱਖਦੇ ਹਨ ਜਦੋਂ ਉਹ ਸਕੂਲ ਆਉਂਦੇ ਹਨ ਜੀ। ਤਾਂ ਇਹ ਵੀ ਗਲਤ ਹੈ ਜੀ, ਕਿਉਂਕਿ ਬੱਚੇ ਆਪਣੀ ਮਾਂ ਬੋਲੀ ਜਿਹੜੀ ਹੈ ਜੀ, ਉਹ ਪਰਿਵਾਰ ਦੇ ਵਿੱਚੋਂ ਹੀ ਸਿੱਖਦੇ ਆ, ਯਾਨੀ ਕਿ ਸਕੂਲ ਆਉਣ ਤੋਂ ਪਹਿਲਾਂ ਹੀ ਆਪਣੇ ਵਿਚਾਰਾਂ ਨੂੰ ਉਹ ਪੇਸ਼ ਕਰਨਾ ਸਿੱਖ ਜਾਂਦੇ ਆ। ਹਰੇਕ ਬੱਚੇ ਅੰਦਰ ਭਾਸ਼ਾ ਗ੍ਰਹਿਣ ਕਰਨ ਦੀ ਸਮਰੱਥਾ ਹੁੰਦੀ ਹੈ ਜੀ, ਇਹ ਠੀਕ ਹੈ। ਅੱਗੇ ਦੇਖਦੇ ਹਾਂ, ਬੱਚੇ ਵੱਖਰੇ ਸਾਧਨਾਂ ਰਾਹੀਂ ਭਾਸ਼ਾ ਸਿੱਖਦੇ ਹਨ ਜੀ। ਤਾਂ ਸਾਧਨ ਉਹਨਾਂ ਦੇ ਸੇਮ ਹੀ ਹੁੰਦੇ ਆ ਜੀ। ਤਾਂ ਇਸ ਦੇ ਵਿੱਚ ਜਿਹੜਾ ਠੀਕ ਆਨਸਰ ਹੈ ਜੀ, ਉਹ ਬਿਲਕੁਲ ਤੀਸਰਾ ਆਪਸ਼ਨ ਹੈ ਜੀ। ਹਰੇਕ ਬੱਚੇ ਅੰਦਰ ਭਾਸ਼ਾ ਗ੍ਰਹਿਣ ਕਰਨ ਦੀ ਸਮਰੱਥਾ ਹੁੰਦੀ ਹੈ ਜੀ, ਉਹ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਉਸ ਨੂੰ ਜਿਹੜਾ ਹੈ ਜੀ, ਸਿਖਾਉਣ ਵਾਲਾ ਚਾਹੀਦਾ ਹੈ। ਚਾਹੇ ਦੁਨੀਆ ਦੇ ਵਿੱਚ ਕਿਤੇ ਵੀ ਪੈਦਾ ਹੋਇਆ ਹੋਵੇ, ਜਨਮ ਹੋਇਆ ਹੋਵੇ ਬੱਚੇ ਦਾ, ਤਾਂ ਉਹ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਉਸ ਦੇ ਵਿੱਚ ਜੀ ਜਨਮਜਾਤ ਹੁੰਦੀ ਹੈ ਭਾਸ਼ਾ ਸਿੱਖਣ ਦੀ ਸਮਰੱਥਾ ਦਾ ਜਾਂ ਯੋਗਤਾ ਜਨਮਜਾਤ ਹੁੰਦੀ ਹੈ ਜੀ। ਠੀਕ ਹੈ। ਤਾਂ ਇਹ ਕੁਐਸਚਨ ਦੇ ਉੱਪਰ ਬਹੁਤ ਵਾਰ ਕੁਐਸਚਨ ਜਿਹੜੇ ਆ ਜਾਂਦੇ ਆ ਜੀ, ਤਾਂ ਇਸ ਨੂੰ ਯਾਦ ਰੱਖਿਓ। ਇੱਕ ਗੱਲ ਹੋਰ ਹੈ, ਇੱਥੇ ਮੈਂ ਨੋਟ ਕਰ ਦੇਵਾਂ ਕਿ ਬੱਚੇ ਦੀ ਭਾਸ਼ਾ ਜਨਮਜਾਤ ਨਹੀਂ ਹੁੰਦੀ। ਹਾਂਜੀ, ਧਿਆਨ ਦਿਓ, ਬੱਚੇ ਦੀ ਭਾਸ਼ਾ ਜਨਮਜਾਤ ਨਹੀਂ ਹੁੰਦੀ। ਠੀਕ ਹੈ ਜੀ, ਬੱਚੇ ਦੀ ਜਿਹੜੀ ਭਾਸ਼ਾ ਹੈ ਉਹ ਜਨਮਜਾਤ ਨਹੀਂ ਹੁੰਦੀ ਜੀ। ਪਰ ਬੱਚੇ ਨੂੰ ਭਾਸ਼ਾ ਸਿੱਖਣ ਦੀ ਜਿਹੜੀ ਸਮਰੱਥਾ ਹੈ ਜਾਂ ਯੋਗਤਾ ਹੈ, ਉਹ ਜਨਮਜਾਤ ਹੁੰਦੀ ਹੈ। ਜਨਮਜਾਤ ਹੁੰਦੀ ਹੈ। ਦੋਵਾਂ ਗੱਲਾਂ ਦੇ ਵਿੱਚ ਅੰਤਰ ਨੂੰ ਬਿਲਕੁਲ ਯਾਦ ਰੱਖਿਓ। ਇਸ ਕੰਸੈਪਟ ਦੇ ਉੱਪਰ ਬਾਰ-ਬਾਰ ਕੁਐਸਚਨ ਆ ਜਾਂਦੇ ਆ। ਹਾਂਜੀ, ਪ੍ਰਸ਼ਨ ਨੰਬਰ 113 ਦੇਖਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਭਾਸ਼ਾ ਦੀ ਸਿਖਲਾਈ ਲਈ ਬਹੁਤ ਮਹੱਤਵਪੂਰਨ ਹੈ? ਹਾਂਜੀ, ਬਹੁਤ ਮਹੱਤਵਪੂਰਨ ਕਿਹੜਾ ਜੀ? ਅਧਿਐਨ ਅਧਿਆਪਨ ਸਮੱਗਰੀ TLM ਟੀਚਿੰਗ ਲਰਨਿੰਗ ਮਟੀਰੀਅਲ ਦੀ ਵਰਤੋਂ, ਸਮਾਜਿਕ ਆਦਾਨ ਪ੍ਰਦਾਨ, ਕਿਤਾਬਾਂ ਪੜ੍ਹਨਾ, ਫਿਲਮਾਂ ਤੇ ਨਾਟਕ ਵੇਖਣੇ। ਠੀਕ ਹੈ ਜੀ, ਇਹਨਾਂ ਦੇ ਵਿੱਚ ਭਾਸ਼ਾ ਦੀ ਸਭ ਤੋਂ ਮਹੱਤਵਪੂਰਨ ਇਕਾਈ ਆਏਗਾ ਜੀ ਦੂਸਰਾ ਆਪਸ਼ਨ, ਸਮਾਜਿਕ ਆਦਾਨ ਪ੍ਰਦਾਨ। ਜਿਵੇਂ ਦੇਖੋ, ਆਪਾਂ ਗੱਲ ਕਰਦੇ ਹਾਂ, ਬੱਚਾ ਜਮਾਤ ਦੇ ਵਿੱਚ ਆਪਣੇ ਦੋਸਤਾਂ ਮਿੱਤਰਾਂ ਨਾਲ, ਸਹਿਪਾਠੀਆਂ ਨਾਲ ਗੱਲਾਂ ਕਰਦਾ ਹੈ ਜੀ। ਖੇਡ ਦੇ ਮੈਦਾਨ ਦੇ ਵਿੱਚ ਵੀ ਬੱਚਿਆਂ ਨਾਲ ਗੱਲ ਕਰਦਾ ਹੈ ਜੀ। ਠੀਕ ਹੈ, ਗਲੀ ਗੁਆਂਢ ਦੇ ਜਿਵੇਂ ਆਪਾਂ ਬੱਚਿਆਂ ਨਾਲ ਉਹ ਹੱਸਦਾ ਹੈ, ਖੇਡਦਾ ਹੈ। ਤਾਂ ਜਿੰਨਾ ਵੀ ਉਹ ਬੱਚਿਆਂ ਦੇ ਨਾਲ ਰਹੇਗਾ, ਠੀਕ ਹੈ, ਉਹਨਾਂ ਗੱਲਾਂ ਬਾਤਾਂ ਕਰੇਗਾ, ਇੱਕ ਦੂਜੇ ਨਾਲ ਆਦਾਨ ਪ੍ਰਦਾਨ ਕਰੇਗਾ ਆਪਣੇ ਵਿਚਾਰ, ਤਾਂ ਓਨਾ ਹੀ ਭਾਸ਼ਾ ਦੀ ਸਿਖਲਾਈ ਦੀ ਜਿਹੜੀ ਹੈ ਵਧੀਆ ਤਰੀਕੇ ਨਾਲ ਦਿੱਤੀ ਜਾਏਗੀ। ਜਿਵੇਂ ਬੱਚਾ ਇਕੱਲਾ ਇਕੱਲਾ ਰਹਿੰਦਾ ਤਾਂ ਭਾਸ਼ਾ ਦਾ ਉੱਪਰ ਉਹਨਾਂ ਦੀ ਜਿਹੜੀ ਹੈ ਪਕੜ ਨਹੀਂ ਬਣਦੀ। ਤਾਂ ਸਮਾਜਿਕ ਆਦਾਨ ਪ੍ਰਦਾਨ ਇਸ ਦਾ ਬਿਲਕੁਲ ਸਹੀ ਆਨਸਰ ਹੈ ਜੀ। ਅੱਗੇ ਦੇਖਦੇ ਹਾਂ ਜੀ, ਪ੍ਰਸ਼ਨ ਨੰਬਰ 114। ਤਾਂ ਦੇਖੋ, ਪੈਡਾਗੋਗੀ ਜਿੰਨੀ ਤੁਸੀਂ ਡਿਸਕਸ ਕਰੋਗੇ, ਉਨੀ ਹੀ ਵਧੀਆ ਤਰੀਕੇ ਨਾਲ ਆਪਾਂ ਨੂੰ ਕਨਸੈਪਟ ਕਲੀਅਰ ਹੋਣਗੇ ਜੀ। ਸਾਡੇ ਆਨਲਾਈਨ ਪੇਡ ਗਰੁੱਪ ਦੇ ਵਿੱਚ ਬਿਲਕੁਲ ਅਜਿਹੇ ਤਰੀਕੇ ਨਾਲ ਹਰੇਕ ਗੱਲਾਂ ਜਿਹੜੀਆਂ ਉਹ ਡਿਟੇਲ ਦੇ ਵਿੱਚ ਦੱਸੀਆਂ ਜਾਂਦੀਆਂ ਸਟੂਡੈਂਟਸ ਨੂੰ, ਉਹਨਾਂ ਦੇ ਕਨਸੈਪਟ ਕਲੀਅਰ ਕੀਤੇ ਜਾਂਦੇ ਆ। ਇੱਕ ਅਧਿਆਏ ਵਿੱਚ ਤਸਵੀਰ ਜਾਂ ਚਿੱਤਰ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ ਜੀ, ਇੱਕ ਅਧਿਆਏ ਦੇ ਵਿੱਚ ਤਸਵੀਰ ਜਾਂ ਚਿੱਤਰ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂ ਕੀਤੀ ਜਾਂਦੀ ਹੈ? ਦੇਖਦੇ ਹਾਂ ਆਪਾਂ। ਪਾਠ ਪੁਸਤਕ ਦੇ ਅਧਿਆਏ ਵਿੱਚ ਚਿੱਤਰ ਦੇਣੇ ਇੱਕ ਪ੍ਰਵਿਰਤੀ ਹੈ, ਇੱਕ ਰਿਵਾਜ ਹੈ। ਨਹੀਂ ਜੀ, ਇਹ ਸਹੀ ਨਹੀਂ ਹੈ। ਇਸ ਨਾਲ ਪਾਠ ਪੁਸਤਕ ਆਕਰਸ਼ਕ ਬਣਦੀ ਹੈ। ਨਹੀਂ ਜੀ, ਇਹ ਵੀ ਸਹੀ ਨਹੀਂ ਹੈ। ਇਸ ਨਾਲ ਕਲਪਿਤ ਸੰਕਲਪਾਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ, ਇਹ ਸਹੀ ਹੈ। ਬਾਕੀ ਚੌਥਾ ਦੇਖਦੇ ਹਾਂ ਆਪਾਂ। ਅਧਿਆਏ ਲਿਖਣਾ ਮੁਸ਼ਕਿਲ ਹੈ ਜਦ ਕਿ ਚਿੱਤਰ ਪਾਉਣੇ ਆਸਾਨ ਹਨ ਜੀ। ਨਹੀਂ ਜੀ, ਇਹ ਵੀ ਸਹੀ ਨਹੀਂ ਹੈ। ਤਾਂ ਸਹੀ ਆਨਸਰ ਹੈ ਜੀ ਆਪਣਾ ਤੀਸਰਾ ਆਪਸ਼ਨ। ਇਸ ਵਿੱਚ ਕਲਪਿਤ ਸੰਕਲਪਾਂ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਮੰਨ ਲਓ ਕਿ
ਆਪਣੇ ਕੋਲ ਜਿਵੇਂ ਕਹਾਣੀ, ਜਿਵੇਂ ਪਿਆਸਾ ਕਾਂ ਕਹਾਣੀ ਆ, ਉਹਦੇ ਵਿੱਚ 4 ਚਿੱਤਰ ਹੁੰਦੇ ਆ, ਠੀਕ ਹੈ। ਇੱਕ ਵਾਰੀ ਜਿਵੇਂ ਕਾਂ ਉੱਡ ਕੇ ਆਇਆ, ਉਸਨੇ ਦੇਖਿਆ ਕਿ ਘੜੇ ਦੇ ਵਿੱਚ ਪਾਣੀ ਨਹੀਂ ਹੈ। ਦੂਸਰੀ ਤਸਵੀਰ ਦੇ ਵਿੱਚ ਕੀ ਹੈ ਜੀ, ਉਸ ਨੂੰ ਕੰਕਰ ਪਾ ਰਿਹਾ ਹੁੰਦਾ ਹੈ, ਅਤੇ ਤੀਸਰੇ ਦੇ ਵਿੱਚ ਉਹ ਪਾਣੀ ਪੀ ਰਿਹਾ ਹੁੰਦਾ, ਅਤੇ ਚੌਥੇ ਤਸਵੀਰ ਦੇ ਵਿੱਚ ਪਾਣੀ ਪੀ ਕੇ ਉੱਡ ਜਾਂਦਾ ਹੈ। ਮਤਲਬ ਕੁਛ ਗੱਲਾਂ ਤਾਂ ਉਹ ਚਿੱਤਰ ਵੇਖ ਕੇ ਹੀ ਕਲਪਨਾ ਕਰਕੇ ਸਮਝ ਜਾਂਦਾ ਵੀ ਕੀ ਕੁਛ ਕਹਾਣੀ ਦੇ ਵਿੱਚ ਘਟਨਾ ਹੋਈ। ਮਤਲਬ ਉਸ ਕਹਾਣੀ ਜਦੋਂ ਪੜ੍ਹ ਰਿਹਾ ਹੁੰਦਾ ਬੱਚਾ, ਤਾਂ ਤਸਵੀਰਾਂ ਨਾਲ ਉਹ ਉਸ ਦੇ ਸੰਕਲਪਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਲੈਂਦਾ ਹੈ ਜੀ। ਇਸੇ ਕਰਕੇ ਹੀ ਕਿਸੇ ਅਧਿਆਇ ਦੇ ਵਿੱਚ ਤਸਵੀਰਾਂ ਜਾਂ ਚਿੱਤਰ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਤੁਸੀਂ ਸਾਈਕੋ ਦੀ ਤਿਆਰੀ ਜਦੋਂ ਕਰਦੇ ਆ, ਤਾਂ ਉਸ ਦੇ ਵਿੱਚ ਜਿਵੇਂ ਥਿਊਰੀਜ਼ ਹੈ, ਤਾਂ ਉਸ ਦੇ ਵਿੱਚ ਬਹੁਤ ਸਾਰੇ ਚਿੱਤਰ ਬਣੇ ਹੁੰਦੇ ਆ, ਤਾਂ ਬਹੁਤ ਸਾਰੇ ਚਿੱਤਰਾਂ ਦੇ ਨਾਲ ਵੀ ਕੀ ਹੈ ਜੀ, ਥਿਊਰੀ ਸਮਝ ਆ ਜਾਂਦੀ ਹੈ। ਪ੍ਰਸ਼ਨ ਨੰਬਰ 115 ਦੇਖਦੇ ਹਾਂ। ਵਿਦਿਆਰਥੀਆਂ ਨੂੰ ਚੰਗਾ ਲੇਖਕ ਬਣਾਉਣ ਲਈ ਅਧਿਆਪਕ ਨੂੰ ਲਿਖਤ ਦੇ ਕਿਹੜੇ ਵਧੇਰੇ ਮਹੱਤਵਪੂਰਨ ਪੱਖ ਉੱਪਰ ਧਿਆਨ ਦੇਣਾ ਚਾਹੀਦਾ ਹੈ। ਹੁਣ ਬੱਚੇ ਨੂੰ ਇੱਕ ਚੰਗਾ ਲੇਖਕ ਬਣਾਉਣਾ ਹੈ, ਤੇ ਲਿਖਤ ਦੇ ਕਿਹੜੇ ਮਹੱਤਵਪੂਰਨ ਗੱਲ ਉੱਪਰ ਧਿਆਨ ਦੇਣਾ ਚਾਹੀਦਾ ਹੈ ਜੀ। ਲਿਖਾਵਟ ਵੱਲ, ਵਿਆਕਰਨ ਵੱਲ, ਜਾਂ ਅਭਿਵਿਅਕਤੀ ਵੱਲ, ਜਾਂ ਸ਼ਬਦਾਂ ਵੱਲ ਜੀ, ਸ਼ਬਦਾਂ ਦੀ ਸੀਮਾ ਵੱਲ। ਤਾਂ ਇਸ ਦਾ ਆਂਸਰ ਆਏਗਾ ਜੀ ਤੀਸਰਾ ਆਪਸ਼ਨ ਜੀ। ਮਤਲਬ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਜਿਹੜੇ ਆ ਜੀ, ਤੇ ਉਹਨਾਂ ਦੀ ਅਭਿਵਿਅਕਤੀ ਯਾਨੀ ਕਿ ਪੇਸ਼ ਕਰਨ ਦਾ ਢੰਗ, ਇਹ ਸਭ ਲਈ ਮਹੱਤਵਪੂਰਨ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਹੈ ਬੇਤਰਤੀਬ ਜਿਹੜੇ ਵਿਚਾਰ ਹੈ, ਉਹਨਾਂ ਨੂੰ ਇੱਕ ਸੋਹਣੀ ਤਰਤੀਬ ਦੇ ਕੇ ਬੱਚਾ ਕਿਸ ਤਰੀਕੇ ਨਾਲ ਲਿਖ ਕੇ ਆਪਣੀ ਅਭਿਵਿਅਕਤੀ ਪੇਸ਼ ਕਰੇਗਾ, ਜਾਂ ਆਪਣੇ ਆਪ ਨੂੰ ਰਿਪ੍ਰੇਜ਼ੈਂਟ ਕਰੇਗਾ, ਜਾਂ ਆਪਣੇ ਆਪ ਨੂੰ ਪੇਸ਼ ਕਰ ਪਾਏਗਾ ਜੀ। ਤਾਂ ਇਸ ਗੱਲ ਵੱਲ ਜਿਹੜਾ ਹੈ ਧਿਆਨ ਵਧੇਰਾ ਹੋਣਾ ਚਾਹੀਦਾ ਇੱਕ ਚੰਗਾ ਲੇਖਕ ਬਣਨ ਵਾਸਤੇ, ਠੀਕ ਹੈ। ਹਾਂਜੀ, ਪ੍ਰਸ਼ਨ ਨੰਬਰ 116 ਦੇਖਦੇ ਹਾਂ ਆਪਾਂ। ਡਿਸਲੈਕਸੀਆ ਕਿਸ ਨਾਲ ਸੰਬੰਧਿਤ ਹੈ ਜੀ। ਹਾਂਜੀ, ਜਿਵੇਂ ਕਿ ਡਿਸਲੈਕਸੀਆ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ, ਪੜ੍ਹਤ ਡਿਸਆਰਡਰ ਦੀ ਗੱਲ ਕੀਤੀ ਸੀ ਆਪਾਂ, ਜਾਂ ਪੜ੍ਹਨ ਅਯੋਗਤਾ ਦੀ ਗੱਲ ਕੀਤੀ ਸੀ। ਉਹੀ ਇਸ ਦਾ ਸੰਬੰਧ ਕਿਸ ਨਾਲ ਦੱਸਿਆ ਜੀ। ਮੈਂਟਲ ਡਿਸਆਰਡਰ, ਬਿਹੇਵੀਅਰਲ ਡਿਸਆਰਡਰ, ਜਾਂ ਮੈਥੇਮੈਟੀਕਲ ਡਿਸਆਰਡਰ, ਜਾਂ ਰੀਡਿੰਗ ਡਿਸਆਰਡਰ ਜੀ। ਤਾਂ ਬਿਲਕੁਲ ਇਹ ਪ੍ਰਸ਼ਨ ਉਸ ਪ੍ਰਸ਼ਨ ਦੇ ਨਾਲ ਹੀ ਮੈਚ ਕਰਦਾ ਹੈ। ਤਾਂ ਇਸ ਦਾ ਆਂਸਰ ਕੀ ਆਏਗਾ ਜੀ, 4th ਆਪਸ਼ਨ ਜੀ, ਰੀਡਿੰਗ ਡਿਸਆਰਡਰ ਜੀ। ਮਤਲਬ ਪੜ੍ਹਾਈ ਦੀ ਅਯੋਗਤਾ। ਜਿਵੇਂ ਕਿ ਆਪਾਂ ਗੱਲ ਕੀਤੀ ਸੀ, ਬੱਚਾ ਖੱਖਾਂ ਨੂੰ ਧੱਦਾ ਪੜ੍ਹ ਗਿਆ, ਜਾਂ ਧੱਦਾ ਨੂੰ ਪੱਪਾ ਪੜ੍ਹ ਗਿਆ, ਇਸ ਤਰੀਕੇ ਨਾਲ। ਮਤਲਬ ਜਦੋਂ ਅੱਖਰਾਂ ਦੀ ਸਹੀ ਤਰੀਕੇ ਨਾਲ ਪਹਿਚਾਣ ਕਰਦਾ ਹੋਇਆ ਨਾ ਪੜ੍ਹੇ ਜੀ, ਉਸਨੂੰ ਆਪਾਂ ਕਹਿੰਦੇ ਨਾ ਰੀਡਿੰਗ ਡਿਸਆਰਡਰ। ਇਹ ਕੋਈ ਬਿਮਾਰੀ ਨਹੀਂ ਹੈ, ਇਹ ਸਿਰਫ ਅਯੋਗਤਾ ਹੈ। ਬੱਚਾ ਇਹਦੇ ਵਿੱਚ ਕੁਛ ਉਸਦੀਆਂ ਆਪਣੀਆਂ ਗਲਤੀਆਂ ਕਰਕੇ ਹੀ ਕੀ ਹੈ ਜੀ, ਇਹ ਅਯੋਗਤਾ ਹੁੰਦੀ ਹੈ, ਠੀਕ ਹੈ। ਜਿਵੇਂ ਕਿ ਬੱਚਾ ਧਿਆਨ ਨਾਲ ਨਹੀਂ ਪੜ੍ਹਦਾ, ਜਾਂ ਜਲਦਬਾਜ਼ੀ ਨਾਲ ਪੜ੍ਹ ਜਾਂਦਾ ਹੈ, ਠੀਕ ਹੈ, ਜਾਂ ਉਹਦੀ ਪੜ੍ਹਨ ਦੀਆਂ ਆਦਤਾਂ ਗਲਤ ਹੁੰਦੀਆਂ। ਅਜਿਹੇ ਕੁਝ ਜਿਹੜੇ ਹੈ ਕਾਰਨ ਹੋ ਸਕਦੇ ਹੈ, ਇਹ ਆਪ ਨੂੰ ਪਤਾ ਹੀ ਹੈ। ਪ੍ਰਸ਼ਨ ਨੰਬਰ 117 ਦੇਖਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਪਾਠ ਪੁਸਤਕ ਪੜ੍ਹਨ ਸਮੇਂ ਵਧੇਰੇ ਮਹੱਤਵਪੂਰਨ ਹੈ। ਹਾਂਜੀ, ਪਾਠ ਪੁਸਤਕ ਪੜ੍ਹਨੀ ਹੈ ਤਾਂ ਕਿਹੜੀ ਗੱਲ ਦਾ ਵਿਸ਼ੇਸ਼ ਰੂਪ ਦੇ ਵਿੱਚ ਧਿਆਨ ਰੱਖਿਆ ਜਾਵੇ, ਇਹ ਪੁੱਛਿਆ ਗਿਆ ਆਪਣੇ ਨੂੰ। ਸ਼ੁੱਧ ਉਚਾਰਨ ਨਾਲ ਪੜ੍ਹਨਾ, ਸਾਰੇ ਵਿਸ਼ਰਾਮ ਚਿੰਨ੍ਹਾਂ ਦੀ ਠੀਕ ਵਰਤੋਂ ਕਰਨੀ ਜੀ, ਪਾਠ ਪੁਸਤਕ ਦੇ ਅਰਥ ਸਮਝਣਾ, ਤੇਜ਼ ਪੜ੍ਹਨਾ ਜੀ। ਤਾਂ ਸਭ ਤੋਂ ਮਹੱਤਵਪੂਰਨ ਕੀ ਹੈ ਜੀ, ਪਾਠ ਪੁਸਤਕ ਦੇ ਅਰਥਾਂ ਨੂੰ ਸਮਝਣਾ ਜੀ। ਜਦੋਂ ਬੱਚਾ ਅਰਥਾਂ ਨੂੰ ਸਮਝ ਗਿਆ, ਤਾਂ ਉਸਦੀ ਧਾਰਨਾ ਨੂੰ ਵੀ ਸਮਝ ਗਿਆ, ਜਾਂ ਆਪਾਂ ਗੱਲ ਕਰੀਏ ਉਸਦੇ ਵਿਚਾਰਾਂ ਨੂੰ ਵੀ ਸਮਝ ਗਿਆ ਜੀ। ਤਾਂ ਇਹ ਸਭ ਤੋਂ ਮਹੱਤਵਪੂਰਨ ਹੈ, ਬਾਕੀ ਗੱਲਾਂ ਉਸ ਤੋਂ ਬਾਅਦ ਦੀਆਂ ਆ ਜਾਂਦੀਆਂ। ਪ੍ਰਸ਼ਨ ਨੰਬਰ 118 ਦੇਖੋ। ਹੁਣ ਇੱਥੇ ਗੱਲ ਕੀਤੀ ਗਈ ਹੈ ਦੂਜੀ ਜਮਾਤ ਦੀ। ਦੂਜੀ ਜਮਾਤ ਦੀ ਅਧਿਆਪਕਾ ਤਾਸ਼ਾ ਵਿਦਿਆਰਥੀਆਂ ਦੀ ਸ਼ਬਦਾਵਲੀ ਦੇ ਵਿਕਾਸ ਉੱਪਰ ਬਹੁਤ ਜ਼ੋਰ ਦਿੰਦੀ ਹੈ। ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਬਦਾਵਲੀ ਦੇ ਵਿਕਾਸ ਲਈ ਬਿਹਤਰੀਨ ਯੋਜਨਾ ਹੈ। ਹਾਂਜੀ, ਆਪਸ਼ਨ ਦੇਖਦੇ ਹਾਂ ਆਪਾਂ। ਇੱਕ ਨਵਾਂ ਅਧਿਆਇ ਪੜ੍ਹਨ ਤੋਂ ਪਹਿਲਾਂ ਵਿਦਿਆਰਥੀ ਸਾਰੇ ਨਵੇਂ ਸ਼ਬਦ ਯਾਦ ਕਰਨ। ਦਿੱਤੇ ਗਏ ਸੰਦਰਭ ਵਿੱਚ ਵਿਦਿਆਰਥੀ ਨਵੇਂ ਸ਼ਬਦਾਂ ਦੇ ਅਰਥਾਂ ਦਾ ਅਨੁਮਾਨ ਲਗਾਉਣ। ਵਿਦਿਆਰਥੀ ਹਰ ਨਵੇਂ ਤੇ ਮੁਸ਼ਕਿਲ ਸ਼ਬਦ ਲਈ ਸ਼ਬਦਕੋਸ਼ ਵੇਖਣ। ਵਿਦਿਆਰਥੀ ਅਧਿਆਇ ਵਿਚਲੇ ਨਵੇਂ ਤੇ ਮੁਸ਼ਕਿਲ ਸ਼ਬਦਾਂ ਨੂੰ ਰੇਖਾਂਕਿਤ ਕਰਕੇ ਉਹਨਾਂ ਦੇ ਅਰਥ ਯਾਦ ਕਰਨ ਜੀ।
ਤਾਂ ਇਸ ਦਾ ਆਂਸਰ ਆਏਗਾ ਜੀ ਫਿਰ ਆਪਣੇ ਕੋਲੇ ਦੂਸਰਾ ਆਪਸ਼ਨ ਜੀ, ਬਿਹਤਰੀਨ ਯੋਜਨਾ ਹੈ ਜੀ। ਦਿੱਤੇ ਗਏ ਸੰਦਰਭ ਵਿੱਚ ਵਿਦਿਆਰਥੀ ਨਵੇਂ ਸ਼ਬਦਾਂ ਦੇ ਅਰਥਾਂ ਦਾ ਅਨੁਮਾਨ ਲਗਾਉਣ। ਇਹ ਉਹਨਾਂ ਦੇ ਸ਼ਬਦਾਵਲੀ ਦੇ ਵਿਕਾਸ ਲਈ ਜਿਹੜੀ ਹੈ ਬਿਹਤਰੀਨ ਯੋਜਨਾ ਹੈ ਜੀ। ਪ੍ਰਸ਼ਨ ਨੰਬਰ 119 ਜੋ ਕਿ ਸੈਕਿੰਡ ਲਾਸਟ ਹੈ ਜੀ ਇਸ ਪੇਪਰ ਦਾ। ਦੂਜੀ ਜਮਾਤ, ਹੁਣ ਦੇਖੋ ਦੂਜੀ ਜਮਾਤ ਦੇ ਲੈਵਲ ਨੂੰ ਆਪਾਂ ਧਿਆਨ ਦੇ ਵਿੱਚ ਰੱਖਦੇ ਹੋਏ ਉੱਤਰ ਦੇਣਾ ਹੈ। ਠੀਕ ਹੈ, ਹੋ ਸਕਦਾ ਹੈ ਕਿ ਪੇਪਰ ਦੇਣ ਵਾਲੇ ਦਾ ਆਪਣਾ ਜਿਹੜਾ ਹੈ ਜੀ ਪੱਧਰ ਕਾਫੀ ਵੱਡਾ ਹੁੰਦਾ ਹੈ, ਪਰ ਇੱਥੇ ਦੂਜੀ ਜਮਾਤ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਉੱਤਰ ਦੇਣਾ ਹੁੰਦਾ ਜੀ। ਤਾਂ ਪ੍ਰਸ਼ਨ ਦੇ ਵਿੱਚ ਜਿਹੜੀ ਵੀ ਕਿਸੇ ਜਮਾਤ ਦੀ ਗੱਲ ਕੀਤੀ ਹੁੰਦੀ ਆ, ਉਸ ਜਮਾਤ ਦਾ ਇੱਕ ਮਾਨਸਿਕ ਪੱਧਰ ਤੇ ਉਸਦਾ ਇੱਕ ਜਿਵੇਂ ਕਿ ਆਪਾਂ ਗੱਲ ਕਰੀਏ ਕਿ ਵਾਸਤਵਿਕ ਉਮਰ ਦਾ ਇੱਕ ਪੱਧਰ ਹੁੰਦਾ ਹੈ, ਉਸ ਪੱਧਰ ਦੇ ਅਨੁਸਾਰ ਹੀ ਆਪਾਂ ਉੱਤਰ ਦੇਣਾ ਹੁੰਦਾ ਹੈ। ਦੂਜੀ ਜਮਾਤ ਦਾ ਅਧਿਆਪਕ ਜਮਾਤ ਨੂੰ ਸੰਕੇਤਾਂ ਤੇ ਹਾਵਾਂ ਭਾਵਾਂ ਨਾਲ ਇੱਕ ਰੋਚਕ ਕਹਾਣੀ ਸੁਣਾ ਰਿਹਾ ਜੀ। ਠੀਕ ਹੈ, ਇਸ ਨੂੰ ਖਤਮ ਕਰਨ ਮਗਰੋਂ ਉਹ ਕੁਝ ਵਿਦਿਆਰਥੀਆਂ ਨੂੰ ਆਪਣੇ ਸ਼ਬਦਾਂ ਵਿੱਚ ਉਹੀ ਕਹਾਣੀ ਸੁਣਾਉਣ ਲਈ ਕਹਿੰਦਾ ਹੈ। ਉਹ ਉਹਨਾਂ ਦਾ ਕਿਹੜਾ ਮੁਲਾਂਕਣ ਕਰਨਾ ਚਾਹੁੰਦਾ ਹੈ। ਠੀਕ ਜੀ, ਪ੍ਰਸ਼ਨ ਨੂੰ ਸਮਝ ਗਏ ਹੋਵੋਗੇ ਕਿ ਦੂਜੀ ਜਮਾਤ ਦੇ ਬੱਚੇ ਹੈ, ਅਧਿਆਪਕ ਨੇ ਸੰਕੇਤਾਂ ਰਾਹੀਂ, ਹਾਵਾਂ ਭਾਵਾਂ ਰਾਹੀਂ ਇੱਕ ਕਹਾਣੀ ਸੁਣਾਈ। ਤਾਂ ਹੁਣ ਅਧਿਆਪਕ ਜੀ ਬੱਚਿਆਂ ਨੂੰ ਕਹਿੰਦਾ ਹੈ ਵੀ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਉਹੀ ਕਹਾਣੀ ਸੁਣਾਓ। ਤਾਂ ਇਹ ਮੁਲਾਂਕਣ ਕੀ ਕਰਨਾ ਚਾਹੁੰਦੇ ਆ ਜੀ ਅਧਿਆਪਕ? ਸੁਣਨ ਦੀ ਸੂਝ-ਬੂਝ ਦਾ, ਬੋਲਣ ਦੀ ਸੂਝ-ਬੂਝ ਦਾ, ਪੜ੍ਹਨ ਦੀ ਸੂਝ-ਬੂਝ ਦਾ ਜਾਂ ਲਿਖਣ ਦੀ ਸੂਝ-ਬੂਝ ਦਾ ਜੀ। ਤਾਂ ਬੱਚੇ ਸਹੀ ਤਰੀਕੇ ਨਾਲ ਉਸ ਕਹਾਣੀ ਨੂੰ ਸੁਣਨਗੇ, ਫਿਰ ਹੀ ਉਸਦਾ ਠੀਕ ਢੰਗ ਨਾਲ ਵਿਆਖਿਆ ਕਰ ਪਾਉਣਗੇ। ਤਾਂ ਫਿਰ ਕਿਹੜਾ ਮੁਲਾਂਕਣ ਅਧਿਆਪਕ ਕਰ ਰਿਹਾ ਜੀ? ਫਸਟ ਆਪਸ਼ਨ, ਸੁਣਨ ਦੀ ਸੂਝ-ਬੂਝ ਦਾ, ਮਤਲਬ ਬੱਚਿਆਂ ਨੇ ਠੀਕ ਢੰਗ ਨਾਲ ਉਸ ਕਹਾਣੀ ਨੂੰ ਸੁਣਿਆ ਹੈ ਜਾਂ ਨਹੀਂ ਸੁਣਿਆ ਜੀ। ਜਿਹੜੇ ਬੱਚਿਆਂ ਨੇ ਬਿਲਕੁਲ ਸਹੀ ਤਰੀਕੇ ਨਾਲ ਉਸ ਕਹਾਣੀ ਨੂੰ ਸੁਣਿਆ ਜੀ, ਤਾਂ ਉਹੀ ਬੱਚੇ ਉਸਨੂੰ ਠੀਕ ਢੰਗ ਨਾਲ ਬੋਲ ਕੇ ਜਿਹੜਾ ਹੈ ਜੀ ਉਸਦੀ ਵਿਆਖਿਆ ਕਰ ਸਕਣਗੇ ਜੀ। ਤਾਂ ਸੁਣਨ ਦੀ ਸੂਝ-ਬੂਝ ਦਾ ਅਧਿਆਪਕ ਇਸ ਦੇ ਵਿੱਚ ਮੁਲਾਂਕਣ ਕਰ ਰਿਹਾ ਹੈ। ਪ੍ਰਸ਼ਨ ਨੰਬਰ 120 ਦੇਖਦੇ ਹਾਂ ਜੀ। ਜਮਾਤ ਵਿੱਚ ਪ੍ਰਕਾਸ਼ਨ ਦੀ ਬਹੁਤਾਤ ਜਾਂ ਅਮੀਰੀ ਤੋਂ ਕੀ ਭਾਵ ਹੈ ਜੀ? ਪ੍ਰਕਾਸ਼ਨ ਦੀ ਬਹੁਤਾਤ ਜਾਂ ਅਮੀਰੀ ਤੋਂ ਕੀ ਭਾਵ ਹੈ? ਆਓ ਆਪਾਂ ਆਪਸ਼ਨ ਪੜ੍ਹਦੇ ਹਾਂ। ਜਮਾਤ ਦੇ ਕਮਰੇ ਦੀਆਂ ਕੰਧਾਂ ਦਾ ਰੰਗੀਨ ਹੋਣਾ, ਪੜ੍ਹਾਉਣ ਨਾਲ ਸੰਬੰਧਿਤ ਸਮੱਗਰੀ ਨੂੰ ਕੰਧਾਂ ਉੱਤੇ ਚਿਪਕਾਉਣਾ, ਵੱਡੇ ਅੱਖਰਾਂ ਵਿੱਚ ਪੈਂਤੀ ਦੀ ਮੁਹਾਰਨੀ ਚਿਪਕਾਉਣੀ, ਤਸਵੀਰਾਂ ਸਮੇਤ ਰੰਗੀਨ ਕਵਿਤਾਵਾਂ ਕੰਧਾਂ ਉੱਪਰ ਚਿਪਕਾਉਣੀਆਂ। ਤਾਂ ਇਸ ਦਾ ਆਂਸਰ ਆਏਗਾ ਜੀ ਦੂਸਰਾ ਆਪਸ਼ਨ, ਪੜ੍ਹਾਉਣ ਲਈ ਸੰਬੰਧਿਤ ਸਮੱਗਰੀ ਨੂੰ ਕੰਧਾਂ ਉੱਤੇ ਚਿਪਕਾਉਣਾ ਜੀ। ਤਾਂ ਜੋ ਵੀ ਕੁਝ ਪੜ੍ਹਾਉਣਾ ਜਾ ਰਿਹਾ ਜੀ, ਉਹਨਾਂ ਸੰਬੰਧੀ ਸਮੱਗਰੀ ਜਿਹੜੀ ਹੈ ਕੰਧਾਂ ਦੇ ਉੱਪਰ ਚਿਪਕਾਈਆਂ ਜਾਣ। ਤਾਂ ਬੱਚੇ ਕੀ ਹੈ ਜੀ ਵਿਵਹਾਰਿਕ ਰੂਪ ਦੇ ਵਿੱਚ ਉਹਨਾਂ ਨੂੰ ਦੇਖਣ, ਸਮਝਣ ਜਾਂ ਉਹਨਾਂ ਨੂੰ ਪੜ੍ਹਨ ਦੀ ਜਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨ ਜੀ। ਤਾਂ ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਜੀ? ਜਮਾਤ ਦੇ ਵਿੱਚ ਪ੍ਰਕਾਸ਼ਨ ਦੀ ਅਮੀਰੀ ਜਾਂ ਬਹੁਤਾਤ ਉਸਨੂੰ ਕਹਿ ਦਿੰਦੇ ਹਾਂ। ਠੀਕ ਜੀ ਸਟੂਡੈਂਟਸ, ਤਾਂ ਇਹ ਸੀ 2019 ਜੁਲਾਈ ਦਾ ਫਸਟ ਪੇਪਰ ਦਾ ਫਸਟ ਲੈਂਗੁਏਜ ਦਾ ਪੇਪਰ ਜੀ। ਠੀਕ ਹੈ, ਅਗਰ ਸਾਥੀਓ ਤੁਹਾਡਾ ਕੋਈ ਦੋਸਤ ਮਿੱਤਰ ਜਾਂ ਕੋਈ ਵੀ ਪਰਿਵਾਰਿਕ ਮੈਂਬਰ ਜਾਂ ਆਪਾਂ ਗੱਲ ਕਰੀਏ ਕਿ ਕੋਈ ਸਾਥੀ ਵਗੈਰਾ, ਕੋਈ ਕਜ਼ਨ ਵਗੈਰਾ, ਕੋਈ ਭੈਣ ਭਰਾ ਬੈਂਕ ਦੀ, SSC ਦੀ, ਰੇਲਵੇ ਦੀ, ਪੋਸਟ ਆਫਿਸ, ਨੈਟ ਦੇ ਪੇਪਰ ਦੀ, PSTET ਦੀ, CTET ਦੇ ਪੇਪਰ ਦੀ ਜਾਂ ਪੰਜਾਬ ਗੌਰਮੈਂਟ ਦੇ ਕਿਸੇ ਵੀ ਕੰਪੀਟੀਸ਼ਨ ਐਗਜ਼ਾਮ ਦੀ ਜਾਂ ਮਾਸਟਰ ਕੈਟ ਦੇ ਕਿਸੇ ਵੀ ਸਬਜੈਕਟ ਦੀ ਕੋਚਿੰਗ ਕਰ ਬੈਠੇ ਹੀ ਐਸੇ ਤਰੀਕੇ ਨਾਲ ਲੈਣਾ ਚਾਹੁੰਦੇ ਆ ਜੀ, ਤਾਂ ਸਾਵਲ ਕਲਾਸਿਸ ਦੇ ਵਿੱਚ ਕੰਟੈਕਟ ਕਰ ਸਕਦੇ ਆ ਜੀ। ਸਾਵਲ ਕਲਾਸਿਸ ਦੇ ਕੰਟੈਕਟ ਨੰਬਰ ਬਿਲਕੁਲ ਤੁਸੀਂ ਦੇਖ ਪਾ ਰਹੇ ਹੋ। ਠੀਕ ਹੈ ਜੀ, ਇਹਨਾਂ ਦੇ ਉੱਪਰ ਕੰਟੈਕਟ ਕਰਕੇ ਆਪਣੀ ਜਿਹੜੀ ਹੈ ਇੱਕ ਚੰਗਾ ਲੈਵਲ ਦੇ ਉੱਪਰ ਜਿਹੜੀ ਤਿਆਰੀ ਤੁਸੀਂ ਕਰ ਸਕਦੇ ਹੋ ਜੀ। ਠੀਕ ਜੀ, ਤਾਂ ਕੱਲ ਫਿਰ ਆਪਾਂ ਮਿਲਾਂਗੇ ਇੱਕ ਨਵੇਂ ਪੇਪਰ ਦੇ ਨਾਲ, ਜੋ ਕਿ 2019 ਦਾ ਜੁਲਾਈ ਦਾ ਜਿਹੜਾ ਹੈ ਫਸਟ ਪੇਪਰ ਦੀ ਸੈਕਿੰਡ ਲੈਂਗੁਏਜ ਦਾ ਪੇਪਰ ਆਪਾਂ ਡਿਸਕਸ ਕਰਾਂਗੇ ਜੀ। ਠੀਕ ਜੀ, ਤਾਂ ਉਮੀਦ ਹੈ ਕਿ ਤੁਹਾਨੂੰ ਇਹ ਪੇਪਰ ਜੋ ਡਿਸਕਸ ਕੀਤਾ ਹੈ ਉਹ ਪਸੰਦ ਆਇਆ ਹੋਵੇਗਾ ਜੀ। ਤਾਂ ਜੇ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਔਰ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦੇਣਾ ਜੀ। ਔਰ ਜਿਨ੍ਹਾਂ ਸਾਥੀਆਂ ਨੇ ਸਾਵਲ ਕਲਾਸ ਦੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਉਹ ਜ਼ਰੂਰ ਸਬਸਕ੍ਰਾਈਬ ਕਰਨ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨ ਜੀ, ਔਰ ਆਲ ਨੋਟੀਫਿਕੇਸ਼ਨ ਜਿਹੜੀ ਆਪਸ਼ਨ ਹੈ ਉਸ ਨੂੰ ਪ੍ਰੈਸ ਕਰਨ ਜੀ। ਠੀਕ ਜੀ, ਮਿਲਦੇ ਹਾਂ ਫਿਰ ਆਪਾਂ। ਥੈਂਕ ਯੂ ਵੈਰੀ ਮੱਚ।